स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया आखदा जी। थैंक यू जी, शुक्रिया जी। देश की न्याय प्रणाली च अज अहम दिन आ। राहुल गांधी संबंधी जिहड़ा फैसला आउंदा है ਉਹਦੇ ਵਿੱਚ देश की न्याय प्रणाली ने एक वारी फिर साबित किया है कि आखिर डेमोक्रेसी दे विच वड्डे थंम किन्हां नूं कहा जाता है। इस तो पहला ਜਦੋਂ ਰਾਹੁਲ ਗਾਂਧੀ ਬਜਾਤੇ ਖੁਦ ਕਿਸੇ ਵੀ ਤਰ੍ਹਾਂ ਦੀ ਮਾਫੀ ਮੰਗਣ ਤੋਂ ਇਨਕਾਰ ਕਰਦੇ ਆ ਤਾਂ ਇੰਜ ਲੱਗ ਰਿਹਾ ਸੀਗਾ ਕਿ ਇਹ ਲੜਾਈ ਕਿਸੇ ਵੀ ਦਿਸ਼ਾ 'ਚ ਜਾ ਸਕਦੀ ਹੈ, ਪਰ ਸ਼ਾਇਦ ਇਹ ਫੈਸਲਾ ਇਸ ਸਿਆਸਤ ਦੇ ਇਸ ਮੋੜ ਤੇ ਇੱਕ ਮੀਲ ਪੱਥਰ ਸਾਬਤ ਹੋਵੇ, ਇਹ ਦੇਖਣਾ ਬਣੂਗਾ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕੀ ਰਾਹੁਲ ਗਾਂਧੀ ਦੀ ਬਰਖਾਸਤਗੀ ਖਤਮ ਹੋ ਜਾਏਗੀ? ਕੀ ਉਹਨਾਂ ਤੋਂ ਲਈ ਗਈ ਕੋਠੀ ਕੀ ਉਹਨਾਂ ਨੂੰ ਵਾਪਸ ਕਰਤੀ ਜਾਊਗੀ? ਅਗਲਾ ਸਵਾਲ, ਕਿ ਹਰਸਿਮਰਤ ਕੌਰ ਬਾਦਲ ਵੱਲੋਂ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਮੰਗੀ ਗਈ ਜਾਂਚ, ਉਹਦੇ ਸੰਬੰਧੀ ਪੱਤਰ ਲਿਖਿਆ ਜਾ ਚੁੱਕਿਆ ਔਰ ਕੀ ਕੇਂਦਰ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਜਾਂਚ ਕਰਾਉਣ ਜਾ ਰਿਹਾ ਦਿੱਲੀ ਦੀ ਤਰਜ਼ ਤੇ? ਤੀਜਾ ਸਵਾਲ, ਕਿ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਜ਼ਮਾਨਤ ਜਿਹੜੀ ਹਾਈ ਕੋਰਟ ਦੇ ਵਿੱਚ ਬਹਿਸ ਹੋਈ ਸੀ ਕਿ ਇਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਅਪਰਾਧਿਕ ਬਣਦੇ ਹੀ ਨਹੀਂ, ਇਹ ਸਿਵਲ ਦੇ ਨੇ, ਉਹਦੇ ਆਧਾਰ ਤੇ ਮਿਲੀ ਆ? ਜਾਂ ਫਿਰ ਜਿਹੜੀ ਗੱਠਜੋੜ ਦੀ ਗੱਲ ਚੱਲ ਰਹੀ ਆ ਉਹਦੇ ਚੱਲਦਿਆਂ ਸਰਕਾਰੀ ਧਿਰ ਦੇ ਵਕੀਲਾਂ ਨੇ ਕੋਈ ਬਹੁਤਾ ਤਰੱਦਦ ਨਹੀਂ ਕੀਤਾ ਤੇ ਉਹਨਾਂ ਨੂੰ ਰਾਹਤ ਮਿਲ ਗਈ ਆ ਕਿਉਂਕਿ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਜ਼ਮਾਨਤ ਮਿਲ ਚੁੱਕੀ ਆ? ਚੌਥਾ ਸਵਾਲ, ਅਕਾਲ ਤਖਤ ਸਾਹਿਬ ਦੇ ਜਥੇਦਾਰ ਰਿਐਕਟ ਕਰ ਰਹੇ ਨੇ ਤਨਮਨਜੀਤ ਸਿੰਘ ਢੇਸੀ ਜਿਹੜੇ ਕਿ ਐਮਪੀ ਨੇ ਬ੍ਰਿਟਿਸ਼ ਦੇ, ਉਹਨਾਂ ਨੂੰ ਰੋਕ ਕੇ ਜਾਣ ਦੇ ਉੱਤੇ ਔਰ ਖਾਲਸਾ ਏਡ ਦੇ ਉੱਤੇ ਰੇਡ ਨੂੰ ਲੈ ਕੇ। ਪੰਜਵਾਂ ਸਵਾਲ, ਕਿ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਰਹੇ ਨੇ ਕਿ ਸਾਡੇ ਐਮਐਲਏ ਦਾ ਸਤਿਕਾਰ ਪ੍ਰੋਟੋਕੋਲ ਅਨੁਸਾਰ ਨਹੀਂ ਹੋ ਰਿਹਾ? ਕੀ ਅਫਸਰਸ਼ਾਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤਵੱਜੋ ਨਹੀਂ ਦੇ ਰਹੀ? ਕੀ ਥੱਲੇ ਅਨਰੈਸਟ ਹੈ, ਬੇਚੈਨੀਆਂ ਨੇ? ਇਹ ਸਾਰੇ ਮਾਮਲਿਆਂ ਤੇ ਜਾਣਦੇ ਆ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਮੈਨੂੰ ਦੱਸਿਓ ਕਿ ਜਦੋਂ ਦੇਸ਼ ਦੀ ਸੁਪਰੀਮ ਕੋਰਟ ਅਹਿਮ ਫੈਸਲਾ ਲੈਂਦੀ ਆ ਤਾਂ ਦੇਸ਼ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਆਉਣ ਜਾ ਰਿਹਾ? ਰਾਹੁਲ ਗਾਂਧੀ ਨੂੰ ਮਿਲੀ ਰਾਹਤ ਤੋਂ ਬਾਅਦ ਉਹਨਾਂ ਦਾ ਕੱਦ ਵੱਡਾ ਹੋ ਜਾਏਗਾ? ਕੀ ਉਹ ਨਰਿੰਦਰ ਮੋਦੀ ਦੇ ਮੁਕਾਬਲੇ ਪਰਸਨੈਲਿਟੀ ਕਲਟ ਦੇ ਰੂਪ 'ਚ ਉੱਭਰ ਸਕਣਗੇ ਇਸ ਫੈਸਲੇ ਤੋਂ ਬਾਅਦ, ਜਿਹਦੇ 'ਚ ਉਹਨਾਂ ਦੀ ਰੋਕ ਲਾਤੀ ਗਈ ਹੈ ਸਜ਼ਾ ਤੇ ਅੰਤਮ ਨਿਰਣਾ ਆਉਣ ਤੱਕ? ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ। ਅਸਲ ਦੇ ਵਿੱਚ ਇਹ ਬਹੁਤ ਬੜਾ ਇੱਕ ਕੁਐਸਚਨ, ਮਤਲਬ ਜੱਜਮੈਂਟ ਵੀ ਬੜੀ ਹੈ ਤੇ ਮੁੱਦਾ ਵੀ ਵੱਡਾ ਸੀ। ਇਹ ਡੈਮੋਕ੍ਰੇਸੀ ਦੇ ਬੇਸਿਕ ਪ੍ਰਿੰਸੀਪਲ ਦੇ ਨਾਲ ਜੁੜਿਆ ਹੋਇਆ ਮੁੱਦਾ ਸੀਗਾ ਕਿ ਕੀ ਲੀਡਰ ਕਿਤੇ ਵੀ ਭਾਸ਼ਣ ਕਰੂਗਾ, ਉਸ ਭਾਸ਼ਣ ਦੇ ਵਿੱਚ ਕੋਈ ਸ਼ਬਦ ਬੋਲੂਗਾ ਤੇ ਉਹਦੇ ਨਾਲ ਮੈਂਬਰ ਹੀ ਚਲੀ ਜਾਏਗੀ ਪਾਰਲੀਮੈਂਟ ਦੀ, ਜਾਂ ਅੱਗੇ ਤੋਂ ਅਸੈਂਬਲੀਆਂ ਦੀਆਂ ਚਲੀਆਂ ਜਾਣਗੀਆਂ ਜਾਂ ਨਹੀਂ ਚਲੀਆਂ ਜਾਣਗੀਆਂ, ਜਾਂ ਕੀ ਹੋਏਗਾ? ਮਤਲਬ ਰਿਸਟ੍ਰਿਕਸ਼ਨ ਜਿਹੜੀਆਂ ਹੁੰਦੀਆਂ ਨੇ, ਕਿੰਨੀਆਂ ਰੋਕਾਂ ਲੱਗਣਗੀਆਂ ਫਰੀडम ਆਫ ਐਕਸਪ੍ਰੈਸ਼ਨ ਤੇ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਤੇ, ਬਾਕੀ ਸਾਰੇ ਮਾਮਲਿਆਂ ਦੇ ਉੱਤੇ। ਔਰ ਇਹ ਗੱਲ ਲੋਕਲ ਅਦਾਲਤ ਨੇ, ਮਤਲਬ ਜਿਹੜੇ ਇੱਕ ਗੱਲ ਇਹ ਕਹਿਣਾ ਨੇ 2019 ਦੀ ਲੋਕ ਸਭਾ ਚੋਣ ਦੇ ਵਿੱਚ ਗੱਲ ਕੀਤੀ ਗਈ ਰਾਹੁਲ ਗਾਂਧੀ ਨੇ, ਤੇ ਉਹ ਹੁਣ 2024 ਆਉਣ ਵਾਲੀ ਹੈ ਤੇ ਇੰਨਾ ਚਿਰ ਦੇ ਵਿੱਚ ਚੱਲਦੇ ਇੱਕ ਬੰਦਾ ਗੁਜਰਾਤ ਦਾ ਸੂਰਤ ਦੀ ਅਦਾਲਤ ਦੇ ਵਿੱਚ ਪਟੀਸ਼ਨ ਪਾਉਂਦਾ ਕਿ ਮੇਰੀ ਮਾਨਹਾਨੀ ਹੋਈ ਹੈ, ਸਾਰੀ ਮੋਦੀ ਕਮਿਊਨਿਟੀ ਦੀ ਹੋਈ ਹੈ, ਭਾਈਚਾਰੇ ਦੀ ਹੋਈ ਹੈ, 13 ਕਰੋੜ ਬੰਦੇ ਨੇ, ਇਹਦੇ ਨਾਲ ਆ ਹੋ ਗਿਆ ਲਾ ਪਾ ਕੇ। ਉਹ ਸਾਰਾ ਇੱਕ ਸਿਸਟਮ ਹੈ ਜਿਹੜਾ ਬੀਜੇਪੀ ਦਾ ਲੀਡਰ ਵੀ ਹੈ ਉਸ ਪੱਧਰ ਦੇ। ਤੇ ਸੂਰਤ ਦੀ ਉਹ ਅਦਾਲਤ 2 ਸਾਲ ਮੈਕਸਿਮਮ ਸਜ਼ਾ ਹੋ ਸਕਦੀ ਹੈ ਇਸ ਮਾਮਲੇ 'ਚ, ਮਾਨਹਾਨੀ ਦੇ ਜੇ ਸਾਰੇ ਮਾਮਲੇ 'ਚ। ਉਹਨਾਂ ਨੇ 2 ਹੀ ਚੱਕ ਕੇ ਮਤਲਬ ਦੇਤੀ ਹੈ ਫੁੱਲ ਵੀ ਚਲੋ ਠੀਕ ਹੈ ਜੀ। ਤੇ ਉਦੋਂ ਬਾਅਦ ਉਹ ਸੈਸ਼ਨ ਕੋਰਟ 'ਚ ਜਾਂਦੇ ਨੇ ਜ਼ਮਾਨਤ ਉਹਦੇ ਲਈ, ਸਜ਼ਾ ਤੇ ਸਟੇ ਦੇ ਵਾਸਤੇ ਤੇ ਜ਼ਮਾਨਤ ਲਈ। ਉੱਥੇ ਵੀ ਚਾਹੇ ਜ਼ਮਾਨਤ ਤਾਂ ਮਿਲ ਜਾਂਦੀ ਹੈ ਪਰ ਉਹ ਸਟੇ ਨਹੀਂ ਹੁੰਦੀ, ਕਿਸੇ ਵੀ ਕਨਵਿਕਸ਼ਨ ਸਟੇ ਨਹੀਂ ਹੁੰਦੀ। ਫਿਰ ਗੁਜਰਾਤ ਹਾਈ ਕੋਰਟ ਚਲੇ ਜਾਂਦੇ ਨੇ, ਉੱਥੇ ਵੀ ਕਨਵਿਕਸ਼ਨ ਸਟੇ ਨਹੀਂ ਹੁੰਦੀ, ਉਵੇਂ ਹੀ ਚੱਲਦਾ ਸਾਰੇ ਦਾ ਸਾਰਾ ਕੰਮ। ਤੇ ਹੁਣ 2 ਗੱਲਾਂ ਸੀ ਇਹ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਜਿਹੜਾ ਰਾਹੁਲ ਗਾਂਧੀ ਦਾ ਇੱਕ ਸਟੈਂਡ ਇਹ ਸੀਗਾ ਕਿ ਮੈਂ ਡੈਮੋਕ੍ਰੇਸੀ ਦੀ ਲੜਾਈ ਲੜ ਰਿਹਾ ਤੇ ਮੈਂ ਅੰਦਰ ਜੇਲ੍ਹ ਭੇਜ ਦੋ, ਜਿੱਥੇ ਮਰਜ਼ੀ ਭੇਜ ਦੋ, ਮੈਂ ਇਹਦੇ 'ਚ ਮਾਫੀ ਨਹੀਂ ਲੈਣੀ। ਉਹਦੇ ਪਿੱਛੇ ਰੀਜਨ ਨੇ, ਕਿਉਂਕਿ ਆਮ ਤੌਰ ਤੇ ਜਿਹੜੇ ਮਾਨਹਾਨੀ ਵਾਲੇ ਜਾਂ ਡੈਫਾਮੇਸ਼ਨ ਵਾਲੇ ਜਿਹੜੇ ਕੇਸ ਨੇ ਉਹਦੇ 'ਚ ਬੰਦੇ ਮਾਫੀ ਮੰਗ ਕੇ ਖਹਿੜਾ ਛੁਡਾ ਲੈਂਦੇ ਨੇ। ਕੇਜਰੀਵਾਲ ਨੇ ਆਪਣੇ ਵਿਕਰਮ ਮਜੀਠੀਆ ਤੋਂ ਇੱਥੇ ਮੰਗੀ ਹੈ, ਹੋਰ ਸਾਰੇ ਬੰਦੇ ਆਪੋ ਆਪਣੇ ਤਰੀਕੇ ਦੇ ਨਾਲ ਇਹੋ ਜਿਹੇ ਕੇਸਾਂ 'ਚ ਉਲਝਣਾ ਨਹੀਂ ਚਾਹੁੰਦੇ ਵੀ ਚਲੋ ਛੱਡੋ ਇਹਨੂੰ ਆਪਾਂ ਉਹ ਕਰੋ। ਪਰ ਇਸ ਕੇਸ 'ਚ ਕੀ ਕੀਤਾ ਸੀ, ਨਾਲ ਦੀ ਨਾਲ ਫਟਾਫਟ ਜਿੰਨੀਆਂ ਚੀਜ਼ਾਂ ਆਈਆਂ ਉਹਨੂੰ ਤੁਰੰਤ ਚੱਕ ਕੇ ਪਾਰਲੀਮੈਂਟ ਦੀ ਮੈਂਬਰੀ ਤੋਂ ਖਾਰਜ ਕੀਤਾ।
ਕੱਲੇ ਪਾਰਲੀਮੈਂਟ ਦੀ ਮੈਂਬਰੀ ਤੋਂ ਹੀ ਖਾਰਜ ਨਹੀਂ ਕੀਤਾ, ਫਿਰ ਘਰ ਵੀ ਖਾਲੀ ਕਰਾਇਆ ਫਟਾਫਟ ਕਿ ਹੁਣ ਤੂੰ ਘਰ ਵੀ ਛੱਡ ਦੇ, ਇਹ ਜਿਹੜਾ ਤੇਰੇ ਕੋਲ ਹੈ। ਮਤਲਬ ਉਹਦੇ ਚੋਂ ਇਹ ਲੱਗਦਾ ਸੀ ਕਿ ਬਾਹਰ ਵੀ ਗੇਮ ਪੋਲੀਟੀਕਲ ਬਹੁਤ ਸਰਗਰਮ ਹੋ ਰਹੀ ਹੈ, ਨਾ ਕਿ ਕੇਵਲ ਅਦਾਲਤੀ ਪਹਿਲੂ ਸੀਗਾ ਇਸ ਉਸ ਲੈਵਲ ਦੇ ਉੱਤੇ। ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਮੁਕੱਦਮਾ ਜਾਂਦਾ, ਪਹਿਲਾ ਸਵਾਲ ਤਾਂ ਸੁਪਰੀਮ ਕੋਰਟ ਇਹ ਕਰ ਰਹੀ ਹੈ ਵੀ ਜਿਹੜਾ ਟ੍ਰਾਇਲ ਕੋਰਟ ਦਾ ਜੱਜ ਹੈ ਲੋਕਲ, ਉਹਨੇ ਦਾ ਕੀ ਕਾਰਨ ਦਿੱਤਾ ਵੀ ਮੈਕਸਿਮਮ ਸਜ਼ਾ ਕਦੋਂ ਹੁੰਦੀ ਹੈ ਕਿਸੇ ਕੇਸ ਦੇ ਵਿੱਚ, ਵੱਧ ਤੋਂ ਵੱਧ ਜਿੰਨੀ ਟੋਟਲ ਦਿੱਤੀ ਹੋਈ, ਇਹਦਾ ਰੀਜਨ ਕੀ ਹੈ, ਇਹਦੇ ਕਾਰਨ ਕੀ ਨੇ, ਕੋਈ ਐਕਸਪਲੇਨ ਨਹੀਂ ਕੀਤਾ ਕਿ ਇਹਦੀ ਵਜ੍ਹਾ ਕੀ ਹੈ, ਕਿਉਂ ਦੇ ਰਿਹਾ ਇੰਨੀ ਸਜ਼ਾ ਸੀ। ਇਸ ਕਰਕੇ ਇਹਦਾ ਕੋਈ ਤੁਕ ਨਹੀਂ ਬਣਦੀ ਇਸ ਮਾਮਲੇ ਦਾ। ਦੂਜੀ ਗੱਲ ਉਹ ਇਹ ਕਹਿ ਰਹੀ ਹੈ ਅਦਾਲਤ ਨਾਲ ਦੀ ਨਾਲ ਕਿ ਇਹ ਮਾਮਲਾ ਕੱਲਾ ਇੱਕ ਪਟੀਸ਼ਨਰ ਦਾ ਨਹੀਂ ਹੈ, ਇੱਕ ਐਮਪੀ ਦਾ ਜਾਂ ਉਹਦਾ ਨਹੀਂ ਹੈ ਕਿ ਉਹਨੇ ਕੀ ਬੋਲਿਆ ਕੀ ਨਹੀਂ ਬੋਲਿਆ। ਇਹ ਮਾਮਲਾ ਇਲੈਕਟੋਰਲ ਦਾ, ਲੋਕਲ ਚੋਣਕਾਰਾਂ ਦਾ ਵੀ ਹੈ। ਲੱਖਾਂ ਲੋਕ ਜਿਹਨੇ ਉਹਨੂੰ ਚੁਣ ਕੇ ਭੇਜਿਆ, ਉਹਨਾਂ ਨੂੰ ਇਹੋ ਜਿਹੇ ਮੁੱਦਿਆਂ ਦੇ ਆਧਾਰ ਦੇ ਉੱਤੇ ਹੀ ਤੁਸੀਂ ਚੱਕ ਕੇ ਕਹਿ ਦਿਆ ਕਰੋਗੇ ਤੇਰੀ ਮੈਂਬਰੀ ਖਾਰਜ, ਤੂੰ ਹੁਣ ਪਾਰਲੀਮੈਂਟ ਦੀ ਚੋਣ ਨਹੀਂ ਲੜੇਗਾ ਜਾਂ ਪਾਰਲੀਮੈਂਟ ਦੀ ਤੇਰੀ ਮੈਂਬਰੀ ਖਤਮ ਹੋ ਗਈ ਹੈ। ਇਹ ਸਵਾਲ ਵੀ ਇੱਕ ਖੜਾ ਹੋਇਆ ਜਿਹੜਾ ਵੱਡੇ ਸਵਾਲ ਦੇ ਤੌਰ ਤੇ ਲੋਕਾਂ ਦੀ ਚੋਣ ਦੇ ਵਿੱਚ ਜਿਹੜਾ ਉਹਨਾਂ ਦੀ ਵੈਲਿਊ ਕੀ ਬਚੇਗੀ, ਉਹਨਾਂ ਦੇ ਹੱਕ ਦਾ ਕੀ ਹੋਏਗਾ, ਸੰਵਿਧਾਨਕ ਹੱਕ ਦਾ ਜਿਹੜਾ ਚੁਣਿਆ ਜਾਣ ਵਾਲਾ। ਤੀਜੀ ਗੱਲ ਉਹਦੇ ਚ ਇਹ ਵੀ ਹੋਈ ਹੈ, ਉਸ ਤੋਂ ਉਹਦੇ ਨਾਲ ਦੀ ਨਾਲ ਇੱਕ ਜਿਹੜਾ ਹੁਣ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਲਿਆਂਦੀ ਬੈਕਗ੍ਰਾਉਂਡ ਕੱਢ ਕੇ ਕਿ ਜਿਹੜਾ ਬੰਦੇ ਨੇ ਮੋਦੀ ਸਰਨੇਮ ਦੇ ਨਾਲ ਉੱਥੇ ਪਟੀਸ਼ਨ ਪਾਈ ਸੀ ਕਿ ਮੇਰਾ ਹੋਇਆ, ਉਹ ਤਾਂ ਕਹਿੰਦੇ ਮੋਦੀ ਹੈ ਹੀ ਨਹੀਂ, ਉਹਦਾ ਭਾਈਚਾਰੇ ਦਾ ਨਾਮ ਵੀ ਦਿੱਤਾ। ਉਹ ਕਹਿੰਦੇ ਨੇ ਮੋਦ ਬਾਨਿਕਾ ਇੱਕ ਕੋਈ ਭਾਈਚਾਰਾ ਹੈ, ਉਹ ਹੌਲੀ ਹੌਲੀ ਚੱਲਦੇ ਪਤਾ ਨਹੀਂ ਉਹਨੇ ਕਿਵੇਂ ਮੋਦੀ ਬਣਾ ਲਿਆ, ਤੇ ਮੋਦੀ ਉਹ ਹੈ ਨਹੀਂ। ਇੱਕ ਨਾਲ ਇਹ ਵੀ ਦਿੱਤਾ ਕਿ ਬਹੁਤ ਸਾਰੀਆਂ ਹੋਰ ਕਾਸਟਾਂ ਨੇ, ਜਾਤਾਂ ਨੇ ਜਿੱਥੇ ਮੋਦੀ ਸਰਨੇਮ ਲੱਗਦਾ ਕਈ, ਤੇ ਕੋਈ ਜ਼ਰੂਰੀ ਨਹੀਂ ਕਿ ਇੱਕੋ ਉਸ ਲੈਵਲ ਦੀ ਗੱਲ ਹੈ ਕਿ ਜਨਰਲ ਕਹੀ ਗਈ ਗੱਲ ਕਿਸੇ ਭਾਈਚਾਰੇ ਦੀ ਨਹੀਂ। ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਇਹ ਗੱਲ ਵੀ ਕਲੀਅਰ ਲਿਖੀ ਗਈ ਹੈ, ਆਈ ਹੈ ਜਿਹੜੀ ਉਸ ਸਾਰੇ ਬਹਿਸ ਦੇ ਦੌਰਾਨ, ਕਿ ਜਿਹੜਾ ਵੀ ਭਾਸ਼ਣ, ਜਿਹੜੀ ਵੀ ਸ਼ਬਦਾਵਲੀ ਕਿਸੇ ਦਾ ਇਖਲਾਕੀ ਤੇ ਬੌਧਿਕ ਆਧਾਰ ਤੇ ਉਹਨੂੰ ਹਿੱਟ ਨਹੀਂ ਕਰਦੀ, ਉਹਨੂੰ ਕਮਜ਼ੋਰ ਨਹੀਂ ਕਰਦੀ, ਉਹਦੇ ਚ ਕੋਈ ਨੁਕਸਾਨ ਨਹੀਂ ਕਰਦੀ, ਉਹ ਕੋਈ ਮਾਨਹਾਨੀ ਦਾ ਮਾਮਲਾ ਨਹੀਂ ਹੁੰਦਾ ਗਿਣਿਆ ਜਾਂਦਾ ਕਿ ਉਹ ਕੋਈ ਵੱਡੀ ਮਾਨਹਾਨੀ ਕੋਈ ਇਸ ਲੈਵਲ ਦੀ ਹੈ। ਪਰਸਨਲੀ ਇੱਕ ਬੌਧਿਕਤਾ ਦਾ ਕੁਐਸਚਨ, ਇੱਕ ਇਖਲਾਕ ਦਾ ਸਵਾਲ, ਇਹ ਦੋ ਸਵਾਲ ਉਹਦੇ ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣੇ ਚਾਹੀਦੇ ਹੁੰਦੇ ਨੇ ਕਿ ਜੇਕਰ ਤੁਹਾਨੂੰ ਲੱਗੇ ਉਸ ਲੈਵਲ ਦੇ ਉੱਤੇ। ਹੁਣ ਇਦੋਂ ਸਭ ਤੋਂ ਬੜਾ ਸਵਾਲ ਇਹਦੇ ਨਾਲ ਜੁੜ ਗਿਆ ਇਹ ਕਿ ਕੀ ਰਾਹੁਲ ਗਾਂਧੀ ਹੁਣ ਪਾਰਲੀਮੈਂਟ 'ਚ ਤੁਰੰਤ ਜਾਣਗੇ? ਕੀ ਰਾਹੁਲ ਗਾਂਧੀ ਹੁਣ ਮੈਂਬਰੀ ਆਪਣੇ ਆਪ ਬਹਾਲ ਹੋ ਜਾਏਗੀ ਜਾਂ ਬਾਈ ਇਲੈਕਸ਼ਨ ਦੀ ਕੋਈ ਸਕੋਪ ਨਹੀਂ ਬਚੇਗਾ ਬਾਕੀ ਹੈ? ਤਾਂ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਕਹਿ ਰਹੀ ਹੈ ਪੁਰਾਣੇ ਇੱਕ ਜਿਹੜੇ ਫੈਸਲਾ ਹੋਇਆ ਉਹਦਾ ਹਵਾਲਾ ਦੇ ਕੇ, ਜਿਹੜੀ ਉਹ ਜੱਜਮੈਂਟ ਦੇ ਵਿੱਚ ਜਿਹੜਾ ਹਵਾਲਾ ਦੇਖਿਆ ਲੋਕ ਪ੍ਰਹਿਰੀ ਐਂਡ ਯੂਨੀਅਨ ਆਫ ਇੰਡੀਆ ਵਰਸਸ ਯੂਨੀਅਨ ਆਫ ਇੰਡੀਆ, ਜਿਹੜਾ ਕੋਰਟ ਕੀਤਾ ਗਿਆ ਉਸ ਸਾਰੇ ਮਾਮਲੇ ਦੇ ਵਿੱਚ, ਉਸ ਦੇ ਵਿੱਚ ਉਹਦੇ ਚ ਇਹ ਹੈ ਕਿ ਐ ਨਹੀਂ ਕਿ ਜਦ ਮਰਜ਼ੀ ਕਰ ਦੋ, ਕੱਲੇ ਐਪੇਲੇਟ ਅਥਾਰਟੀ ਜਦੋਂ ਕੋਰਟ ਫੈਸਲਾ ਕਰਦੀ ਆ ਉਦੋਂ ਤੋਂ, ਉਹ ਜਦ ਤੋਂ ਮੰਨਿਆ ਜਾਏਗਾ ਜਦ ਤੋਂ ਕਨਵਿਕਸ਼ਨ ਸਟੇ ਹੋਗੀ, ਪੁਰਾਣਾ ਵੀ ਮਤਲਬ ਪਿੱਛੇ ਤੋਂ ਹੀ। ਇਟ ਮੀਨ ਮਤਲਬ ਇਹ ਹੋ ਗਿਆ ਕਿ ਉਹਦੀ ਕਨਵਿਕਸ਼ਨ ਸਟੇ ਹੈ ਤੇ ਬਹਾਲੀ ਹੈ ਉਦੋਂ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ, ਉਹ ਹੁਣ ਸਸਪੈਂਸ਼ਨ ਨਹੀਂ ਹੋ ਸਕਦੀ। ਪਰ ਟੈਕਨੀਕਲੀ ਮੁੱਦਾ ਇਹ ਹੈ ਕਿ ਇਹਦੀ ਅਨਾਉਂਸਮੈਂਟ ਸਪੀਕਰ ਨੂੰ ਕਰਨੀ ਹੋਏਗੀ। ਜੇ ਸਪੀਕਰ ਕਰਨਗੇ ਉਦੋਂ ਬਾਅਦ ਉਹ ਅਗਲੀ ਗੱਲ ਹੋਏਗੀ, ਕਿਉਂਕਿ ਮਾਮਲਾ ਸਪੀਕਰ ਨੇ ਰੱਦ ਕੀਤਾ। ਇਹ ਜੱਜਮੈਂਟ ਸਪੀਕਰ ਕੋਲ ਜਾਏਗੀ, ਉਹਦੇ ਕੋਲੋਂ ਉਦੋਂ ਬਾਅਦ ਫਿਰ ਉਹ ਸਪੀਕਰ ਗੱਲ ਕਹਿਣਗੇ ਤੇ ਉਸ ਲਿਹਾਜ਼ ਦੇ ਨਾਲ ਉਹਨਾਂ ਦੀ, ਜੇ ਤਾਂ ਅੱਜ ਦੀ ਜੱਜਮੈਂਟ ਮੰਨੀ ਜਾਏ, ਜਿਹੜੇ ਜਾਣਕਾਰ ਇਹਦੀ ਵਿਆਖਿਆ ਕਰ ਰਹੇ ਨੇ ਉਹ ਇਹ ਕਰ ਰਹੇ ਨੇ ਕਿ ਰਾਹੁਲ ਗਾਂਧੀ ਦੀ ਮੈਂਬਰੀ ਬਹਾਲ ਹੈ ਤੇ ਉਹ ਪਾਰਲੀਮੈਂਟ ਦੇ ਸੈਸ਼ਨ 'ਚ ਜਾ ਸਕਣਗੇ ਜਦੋਂ ਜੱਜਮੈਂਟ ਦੇ ਆਧਾਰ ਤੇ ਸਪੀਕਰ ਕੋਈ ਆਪਣੀ ਗੱਲ ਕਹਿ ਦੇਣਗੇ, ਜੋ ਵੀ ਇਹ ਗੱਲ ਹੈ। ਤੇ ਇਹਦਾ ਮਤਲਬ ਇਹ ਹੈ ਕਿ ਇੱਕ ਵੱਡਾ ਇੱਕ ਫੈਸਲਾ ਇਸ ਰੂਪ ਦੇ ਵਿੱਚ ਹੈ ਇੱਕ ਡੈਮੋਕ੍ਰੇਸੀ ਦੇ ਉਹ ਮਾਮਲੇ ਦੇ ਵਿੱਚ। ਫਿਰ ਆਟੋਮੈਟਿਕਲੀ ਉਹ ਘਰ ਖਾਲੀ ਕਰਨਾ, ਇਹ ਸਾਰੀਆਂ ਚੀਜ਼ਾਂ ਜਲਦਬਾਜ਼ੀ ਕਰਨਾ, ਜਾਂ ਉਹਨਾਂ ਚਿਰ ਦੇਖਿਆ ਵੀ ਤਾਂ ਜਾ ਸਕਦਾ ਹੁੰਦਾ ਕਿ ਦੇਖ ਲੈਂਦੇ ਆ, ਜੇ ਅਪੀਲ ਪਾਈ ਹੋਈ ਹੈ ਅਪੀਲਾਂ ਵੀ ਦੇਖਣਾ ਹੈ, ਉਹਦੇ ਨਾਲ ਉਹ ਪੋਲਿਟਿਕਸ ਜਿਹੜੀ ਪਿੱਛੇ ਚੱਲ ਰਹੀ ਸੀ ਉਹਨੂੰ ਜਵਾਬ ਬੜਾ ਵੱਡਾ ਮਿਲਦਾ ਹੈ ਇਸ ਸਾਰੇ ਮਾਮਲੇ ਦੇ ਵਿੱਚ, ਜਿਹੜੀਆਂ ਵੀ ਚੀਜ਼ਾਂ ਤੇ ਚੱਲਦੀਆਂ ਨੇ। ਇਹਦਾ ਮਤਲਬ ਅੱਜ ਦੀ ਜਿਹੜੀ ਇਹ ਜੱਜਮੈਂਟ ਹੈ ਇਹ ਟਰਨਿੰਗ ਪੁਆਇੰਟ ਮੰਨਿਆ ਜਾਏਗਾ ਇਸ ਮਾਮਲੇ। 3 ਜੱਜਾਂ ਦਾ ਜਿਹੜਾ ਬੈਂਚ ਸੀ, ਜਸਟਿਸ BR ਗਵਈ ਜਿਹੜੇ ਨੇ ਉਹ ਇਹਦੀ ਚੇਅਰਮੈਨੀ ਕਰ ਰਹੇ ਸੀ, ਪ੍ਰਧਾਨਗੀ ਕਰ ਰਹੇ ਸੀ, ਔਰ ਇਹ ਵੀ ਇੱਕ ਲੈਵਲ ਦੀ ਜਿਹਨੂੰ ਆਪਾਂ ਹਰ ਟਰਮ 'ਚ ਕਹਿ ਦਿੰਦੇ ਹਾਂ ਇਤਿਹਾਸਿਕ ਟਾਈਪ ਦੀ ਜੱਜਮੈਂਟ ਹੈ। ਇਹ ਜੱਜਮੈਂਟ ਅਗਲੀਆਂ ਜੱਜਮੈਂਟਾਂ ਨੂੰ ਵੀ ਹਰੇਕ ਨੂੰ ਬਹੁਤ ਨੂੰ ਪ੍ਰਭਾਵਿਤ ਕਰੇਗੀ, ਜਿਹੜਾ ਹੁਣ ਸੁਪਰੀਮ ਕੋਰਟ ਦੀ ਇਹ ਜੱਜ। ਜੀ ਸਰਦਾਰ ਜਗਤਾਰ ਸਿੰਘ ਜੀ, ਇਹਦਾ ਮਤਲਬ ਹੈ ਕਿ ਜਿਵੇਂ ਸਰਦਾਰ ਹਮੀਰ ਸਿੰਘ ਜੀ ਦੱਸ ਰਹੇ ਨੇ ਕਿ ਪੁਰਾਣੀ ਇੱਕ ਜੱਜਮੈਂਟ ਦੇ ਹਿਸਾਬ ਨਾਲ ਸੰਵਿਧਾਨਕ ਵਿਆਖਿਆ ਤਾਂ ਇਹੀ ਮੰਨੀ ਜਾਊਗੀ ਕਿ ਜਦੋਂ ਉਹ ਫੈਸਲਾ ਹੀ ਸਟੇ ਹੋ ਗਿਆ
ਤਾਂ ਉਹਦੇ ਨਾਲ ਸੰਬੰਧਿਤ ਜਿੰਨੇ ਹੋਰ ਫੈਸਲੇ ਲਏ ਗਏ ਆ, ਭਾਵੇਂ ਉਹ ਸਪੀਕਰ ਨੇ ਲਏ ਆ ਜਾਂ ਭਾਵੇਂ ਉਹ ਜਿਹੜੇ ਉਹਨਾਂ ਕੋਲ ਘਰ ਵਾਪਸ ਲੈਣ ਵਾਲੇ ਮਾਮਲੇ ਨੇ, ਨਲ ਐਂਡ ਵਾਈਡ ਹੋ ਜਾਂਦੇ ਆ ਆਟੋਮੈਟਿਕਲੀ, ਉਹਨਾਂ ਦੀ ਵੁਕਤ ਨਹੀਂ ਰਹਿੰਦੀ। ਪਰ ਜੇ ਇਹਦੇ ਵਿੱਚ ਫਿਰ ਵੀ ਅਨਾਉਂਸਮੈਂਟ ਦੀ ਲੋੜ ਆ, ਸਪੀਕਰ ਨਹੀਂ ਕਰਨੀ ਆ, ਤਾਂ ਫਿਰ ਅਗਲੇ ਦਿਨਾਂ ਦੇ ਵਿੱਚ ਫਿਰ ਪੋਲਿਟਿਕਸ ਇੱਥੇ ਹੁੰਦੀ ਦੇਖਦੇ ਆ। ਵੈਸੇ ਮੈਨੂੰ ਜਿਹੜਾ ਤੁਹਾਡੇ ਤੋਂ ਹੋਰ ਸਮਝਣਾ, ਇਹਨੂੰ ਹੋਰ ਵਿਸਥਾਰ ਦੇ ਵਿੱਚ ਸਮਝਣਾ ਹੈ, ਦੇਸ਼ ਦੀ ਪੋਲਿਟਿਕਸ ਵਿੱਚ ਰਾਹੁਲ ਗਾਂਧੀ ਦੀ ਭੂਮਿਕਾ ਕੀ ਵੱਡੀ ਹੋ ਰਹੀ ਹੈ। ਜਿਹੜਾ ਉਹਨਾਂ ਨੇ ਪੂਰੇ ਭਾਰਤ ਵਿੱਚ ਭ੍ਰਮਣ ਕੀਤਾ, ਦੂਜੀ ਯਾਤਰਾ ਉਹਨਾਂ ਦੀ ਸ਼ੁਰੂ ਹੋਣ ਵਾਲੀ ਸੀ। ਜਦੋਂ ਸ਼ਖਸੀਅਤਾਂ ਦੀ ਲੜਾਈ 'ਚ ਦੇਖਦੇ ਆ ਤਾਂ ਰਾਹੁਲ ਗਾਂਧੀ ਗੇਮ 'ਚ ਆ ਰਹੇ ਵਾਪਸ। ਇਹ ਸਾਰੇ ਮਾਮਲੇ 'ਚ ਤੁਸੀਂ ਕਿਵੇਂ ਦੇਖ ਰਹੇ ਹੋ? ਇਹ ਹਿੰਦੁਸਤਾਨ ਦੇ ਇੱਕ ਇਤਿਹਾਸਕ ਮੋੜ ਤੇ ਇਹ ਫੈਸਲਾ ਆਇਆ। ਮੇਰੀ ਅਸੈਸਮੈਂਟ ਹੈ ਕਿ ਰਾਹੁਲ ਗਾਂਧੀ ਦੀ ਕਨਵਿਕਸ਼ਨ ਨਾਲੋਂ ਜ਼ਿਆਦਾ ਇਹ ਜਿਹੜੀ ਸਟੇ ਹੈ ਇਹ ਸਿਆਸੀ ਲੈਵਲ ਤੇ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜਿਸ ਤੇਜ਼ੀ ਨਾਲ ਇਸ ਵੇਲੇ ਸਿਆਸਤ ਮੁਲਕ ਦੀ ਬਦਲ ਰਹੀ ਹੈ ਤੇ ਜਿਵੇਂ ਬੀਜੇਪੀ ਮੁਲਕ ਨੂੰ ਪੋਲਰਾਈਜ਼ ਕਰਨ ਲੱਗੀ ਹੋਈ ਹੈ, ਤੇ ਜਿਵੇਂ ਜਿਵੇਂ ਰਾਹੁਲ ਗਾਂਧੀ ਰੀਸ਼ੇਪ ਆਪਣੇ ਆਪ ਨੂੰ ਕਰ ਰਿਹਾ ਹੈ, ਉਸ ਕੰਟੈਕਸਟ ਦੇ ਵਿੱਚ ਇਹ ਜਜਮੈਂਟ ਬਹੁਤ ਇੰਪੋਰਟੈਂਟ ਹੈ। ਇਹਦੇ ਹੋਰ ਵੀ ਐਸਪੈਕਟ ਹੈਗਾ। ਇਹ ਜਿਹੜੀ ਕਨਵਿਕਸ਼ਨ ਸੀਗੀ ਟ੍ਰਾਇਲ ਕੋਰਟ ਦਾ ਰਾਹੀਂ, ਇਹ ਸਿਆਸੀ ਜਜਮੈਂਟ ਸੀ। ਮੈਨੂੰ ਹੁਣ ਕਹਿਣ ਦੇ ਵਿੱਚ ਇਹਦੇ 'ਚ ਕੋਈ ਰਿਜ਼ਰਵੇਸ਼ਨ ਨਹੀਂ ਹੈ ਕਿ ਇਹ ਜੇ ਇੱਕ ਪੁਆਇੰਟ ਤੇ ਦੇਖੋ ਵੀ ਜਿਹੜਾ ਕੰਪਲੇਨੈਂਟ ਸੀ ਉਹਨੇ ਸਟੇਜ ਤੇ ਆ ਕੇ ਖੁਦ ਹੀ ਸਟੇ ਲਈ ਸੀ, ਫਿਰ ਜੱਜ ਬਦਲਿਆ ਗਿਆ ਮੈਜਿਸਟ੍ਰੇਟ ਤੇ ਦੁਬਾਰਾ ਟ੍ਰਾਇਲ ਕੋਰਟ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਸੀ ਤੇ ਵਿਦਨ ਡੇਜ਼ ਰਾਹੁਲ ਗਾਂਧੀ ਦੀ ਸਜ਼ਾ ਛੁਡਾ ਦਿੱਤੀ ਗਈ ਸੀ। ਸਜ਼ਾ ਵੀ ਮੈਕਸਿਮਮ ਸੀਗੀ। ਸੋ ਇਹ ਸਿਆਸੀ ਇੱਕ ਫੈਸਲਾ ਸੀ ਰਾਹੁਲ ਗਾਂਧੀ ਨੂੰ ਡੈਮੇਜ ਕਰਨ ਦਾ। ਉਹ ਤੇ ਅੱਗੇ ਮੋਹਰ ਲੱਗੀ ਸੈਸ਼ਨ ਦੇ ਵਿੱਚ ਤੇ ਗੁਜਰਾਤ ਹਾਈ ਕੋਰਟ 'ਚ। ਬੜਾ ਅਜੀਬ ਜਿਹਾ ਫੈਨਾਮੇਨਾ ਸਾਰਾ ਯੂਪੀ ਤੇ ਗੁਜਰਾਤ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਜਿਵੇਂ ਇੰਸਟੀਟਿਊਸ਼ਨ ਕੋਲੈਪਸ ਵੱਲ ਵਧ ਰਿਹਾ ਹੁੰਦਾ, ਇਸ ਤਰ੍ਹਾਂ ਹੈ। ਗਿਆਨਵਾਪੀ ਮਾਰਕਸ ਦੇ ਮਾਮਲੇ ਤੇ ਲਗਾਤਾਰ ਥੱਲੇ ਜਿਵੇਂ ਜਜਮੈਂਟਸ ਆ ਰਹੀਆਂ, ਇੱਧਰ ਰਾਹੁਲ ਗਾਂਧੀ ਦੇ ਮਾਮਲੇ ਤੇ ਦੋ ਪੈਰਲਲ ਐਗਜ਼ਾਮਪਲ ਹੈਗੀਆਂ। ਕੋਰਟਸ ਕਿਵੇਂ ਫੰਕਸ਼ਨ ਕਰ ਰਹੀਆਂ ਤੇ ਉਹਦੀ ਐਗਜ਼ਾਮਪਲ ਹੈਗੀ ਹੈ। ਇੰਸਟੀਟਿਊਸ਼ਨਲ ਕੋਲੈਪਸ ਦੇ ਕੰਟੈਕਸਟ ਦੇ ਵਿੱਚ ਇਹ ਜਜਮੈਂਟ ਬਹੁਤ ਇੰਪੋਰਟੈਂਟ ਹੈ। ਇੱਥੇ ਲੋਕਾਂ ਨੂੰ ਆਸ ਵੱਝਦੀ ਹੈ ਕਿ ਹਜੇ ਹਾਲਤ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਇੰਸਟੀਟਿਊਸ਼ਨਲ ਕੋਲੈਪਸ ਪੂਰਾ ਨਹੀਂ ਹੋਇਆ, ਜਦ ਕਿ ਸੰਘ ਪਰਿਵਾਰ ਤੇ ਜਿਹੜਾ ਇਸ ਵੇਲੇ ਸਿਸਟਮ ਰੂਲਿੰਗ ਹੈ, ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਵੀ ਹਰ ਸੰਸਥਾ ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਜਾਵੇ। ਇਹ ਉਸ ਕੰਟੈਕਸਟ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਹੈ। ਕੁਝ ਸੰਸਥਾਵਾਂ ਆਪਣੇ ਆਪ ਨੂੰ ਉਸ ਅਟੈਕ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ। ਸੁਪਰੀਮ ਕੋਰਟ ਦਾ ਇਹ ਫੈਸਲਾ ਅੱਜ ਇਸ ਗੱਲੋਂ ਬਹੁਤ ਇੰਪੋਰਟੈਂਟ ਹੈ ਕਿ ਇੱਕ ਮੁਲਕ ਨੂੰ ਇੱਕ ਨਵੀਂ ਆਸ ਵੱਝਦੀ ਹੈ ਵੀ ਹਜੇ ਸਾਰਾ ਕੁਝ ਖਤਮ ਨਹੀਂ ਹੋਇਆ, ਹਜੇ ਕੁਝ ਬਾਕੀ ਹੈ। ਸੋ ਉਸ ਗੱਲੋਂ ਇੰਪੋਰਟੈਂਟ ਹੈ। ਅੱਗੇ ਸਿਆਸਤ ਨੂੰ ਇਹਨੇ ਕਿਵੇਂ ਨਵਾਂ ਮੋੜ ਦੇਣਾ ਹੈ, ਅੱਜ ਇੱਕ ਇੰਡੀਕੇਸ਼ਨ ਬੜੀ ਰਾਹੁਲ ਗਾਂਧੀ ਤੋਂ ਆਪਣੇ ਸੀ ਬਰੀਫ 2 ਸੈਂਟੈਂਸ ਬੋਲੇ ਉਹਨੇ ਪ੍ਰੈਸ ਕਾਨਫਰੰਸ ਆਪਣੇ ਕੁਝ ਦੇਰ ਪਹਿਲਾਂ ਹੀ। ਅਜੇ ਉਹ ਕਹਿੰਦੇ ਮੈਂ ਆਪਣਾ ਫੈਸਲਾ ਕੀਤਾ ਹੋਇਆ ਕਿ ਕੀ ਕਰਨਾ ਹੈ। ਸੋ ਉਹ ਆਲਰੇਡੀ ਡਿਸਾਈਡਡ ਹੈ। ਜਦੋਂ ਇਹਨਾਂ ਨੇ ਸ਼ੁਰੂ ਕੀਤੀ ਸੀ ਭਾਰਤ ਜੋੜੋ ਯਾਤਰਾ, ਉਦੋਂ ਇਹ ਪਲਾਨ ਆਪਣੇ ਆਪ ਨੂੰ ਕਰ ਚੁੱਕਿਆ ਸੀਗਾ ਤੇ ਉਸੇ ਹੀ ਫਰੇਮਵਰਕ ਦੇ ਵਿੱਚ ਉਹ ਆਪਣੇ ਆਪ ਨੂੰ ਇਵਾਲਵ ਕਰ ਰਿਹਾ ਹੈ। ਹੁਣ ਇਹ ਕ੍ਰੂਸ਼ਲ ਜੰਕਚਰ ਤਾਂ ਹੈ ਕਿਉਂਕਿ ਆਲਰੇਡੀ ਲੋਕ ਸਭਾ 'ਚ ਨੋ ਕਨਫੀਡੈਂਸ ਮੋਸ਼ਨ ਆਈ ਹੋਈ ਹੈ। 8 ਤਰੀਕ ਨੂੰ ਵੈਸੇ 10 ਤਰੀਕ ਨੂੰ PM ਨੇ ਜਵਾਬ ਦੇਣਾ ਕਿ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਸਪੀਕਰ ਐਡਮਿਟ ਕਰੇਗਾ। ਜਦੋਂ ਕੋਰਟ ਨੇ ਸਜ਼ਾ ਦਵਾਈ ਸੀ, ਸਪੀਕਰ ਨੇ ਕੋਈ ਟਾਈਮ ਹੀ ਨਹੀਂ ਲਾਇਆ ਇਹਨਾਂ ਨੂੰ ਇਹਨਾਂ ਦੀ ਮੈਂਬਰਸ਼ਿਪ ਖਤਮ ਕਰਨ ਦੇ ਵਿੱਚ। ਹੁਣ ਉਹੀ ਤੇਜ਼ੀ ਇੱਥੇ ਦਿਖਾਉਣੀ ਪੈਣੀ ਹੈ ਜੀ, ਨਹੀਂ ਤਾਂ ਫਿਰ ਉਹੀ ਪੱਖਪਾਤ ਦਾ ਇਲਜ਼ਾਮ ਸਪੀਕਰ ਤੇ ਵੀ ਲੱਗੇਗਾ। ਸਪੀਕਰ ਜਦ ਕਿ ਅਬਵ ਪੋਲਿਟਿਕਸ ਹੋਣਾ ਚਾਹੀਦਾ ਹੈ ਕਿ ਸਪੀਕਰ ਇਸ ਸਿਚੁਏਸ਼ਨ 'ਚ ਅਫੋਰਡ ਕਰ ਸਕਦਾ ਹੈ ਐਜ਼ ਇੰਸਟੀਟਿਊਸ਼ਨ। ਮੈਂ ਬੰਦੇ ਦੀ ਗੱਲ ਨਹੀਂ ਕਰ ਰਿਹਾ, ਮੈਂ ਇੰਸਟੀਟਿਊਸ਼ਨ ਦੀ ਗੱਲ ਕਰ ਰਿਹਾ। ਆਲਰੇਡੀ ਜੋ ਇੰਸਟੀਟਿਊਸ਼ਨ ਕੋਲੈਪਸ ਵੱਲ ਮੁਲਕ ਵੱਧ ਰਿਹਾ ਹੋਵੇ, ਉਹਦੇ ਵਿੱਚ ਕੀ ਇਹ ਬਚਾਅ ਹੋਏਗਾ ਕਿ ਰਾਹੁਲ ਗਾਂਧੀ ਨੂੰ ਮੰਡੇ ਨੂੰ ਇਹਨਾਂ ਦੀ ਮੈਂਬਰਸ਼ਿਪ ਰਿਸਟੋਰ ਹੋਏਗੀ। ਜੇ ਹੋ ਜਾਂਦੀ ਹੈ ਤੇ 8 ਤਰੀਕ ਨੂੰ ਜਿਹੜੀ ਆਪਣੀ ਬਹਿਸ ਹੋਏਗੀ ਉਹਦੇ ਵਿੱਚ ਉਹ ਸਪੀਕਰ ਹੋਏਗਾ। ਤੇ ਅੱਜ ਕੱਲ੍ਹ ਜਿਹੜੇ ਉਹਦੇ ਕੁਐਸਚਨ ਹੈਗੇ ਆ ਟੂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬੜੇ ਪੁਆਇੰਟਡ ਹੈਗੇ ਆ। ਹੁਣ ਟੋਟਲ ਗੱਲ ਜਦੋਂ ਇੰਡੀਆ ਬਣ ਗਿਆ, ਇਹਦੇ ਵਿੱਚ ਇਸ ਜੱਜਮੈਂਟ ਦਾ ਅਲਟੀਮੇਟਲੀ ਕੀ ਅਸਰ ਹੁੰਦਾ ਹੈ, ਇਹ ਵੀ ਇੰਪੋਰਟੈਂਟ ਹੈ।
ਉਹਨੇ ਇੱਕ ਗੱਲ ਤਾਂ ਕਲੀਅਰ ਕੀਤੀ ਹੈ ਕਿ ਮੈਂ ਰੇਸ ਦੇ ਵਿੱਚ ਨਹੀਂ ਹਾਂ ਪੀਐਮ ਦੇ ਵਿੱਚ, ਲੇਕਿਨ ਵਿਦਆਊਟ ਸੇਇੰਗ ਐਨੀਥਿੰਗ ਜਿਹੜੀ ਕਮਾਂਡ ਹੈ ਇੰਡੀਆ ਦੀ ਉਹ ਰਾਹੁਲ ਗਾਂਧੀ ਦੇ ਹੱਥ ਵਿੱਚ ਆਪਣੇ ਆਪ ਹੀ ਆ ਜਾਏਗੀ, ਭਾਵੇਂ ਫਰੰਟ ਤੇ ਨਾ ਹੋਵੇ, ਲੇਕਿਨ ਸਭ ਤੋਂ ਜ਼ਿਆਦਾ ਟਾਲੈਸਟ ਲੀਡਰ ਇਸ ਵੇਲੇ ਇੰਡੀਆ ਦੇ ਵਿੱਚ ਰਾਹੁਲ ਗਾਂਧੀ ਇਮਰਜ ਹੋ ਰਿਹਾ। ਇਹਦਾ ਅਸਰ ਜਿੰਨੇ ਬਾਕੀ ਰੀਜਨਲ ਲੀਡਰ ਹੈਗੇ ਉਹਨਾਂ ਤੇ ਵੀ ਪਏਗਾ। ਬਾਕੀ ਸਾਰੇ ਹੀ ਰੀਜਨਲ ਹੈ, ਦੇਖੋ ਜੀ ਇਹਨਾਂ ਦੇ ਵਿੱਚ ਕੱਲਾ ਰਾਹੁਲ ਗਾਂਧੀ ਨੈਸ਼ਨਲ ਲੈਵਲ ਦਾ ਲੀਡਰ ਹੈ, ਖੜ ਕੇ ਠੀਕ ਹੈ ਪਾਰਟੀ ਦਾ ਪ੍ਰਧਾਨ ਹੈਗਾ, ਲੇਕਿਨ ਜਿਹੜੋ ਪਬਲਿਕ ਦੇ ਵਿੱਚ ਰੂਟਿੰਗ ਹੈ, ਜਿਹਦੀਆਂ ਜੜ੍ਹਾਂ ਹੈਗੀਆਂ, ਉਹ ਤਾਂ ਰਾਹੁਲ ਗਾਂਧੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਕੰਟੈਕਸਟ ਦੇ ਵਿੱਚ ਵਿਦਨ ਇੰਡੀਆ ਤੇ ਇਹ ਵਿਦਨ ਅਗੇਂਸਟ ਬੀਜੇਪੀ, ਇਹ ਦੋਵੇਂ ਨੈਰੇਟਿਵ ਇਵੇਂ ਕਿਵੇਂ ਸ਼ੇਪ ਅਪ ਹੁੰਦੇ ਆ, ਇਹ ਬਹੁਤ ਇੰਟਰਸਟਿੰਗ ਹੋਏਗਾ। ਬਿਲਕੁਲ, ਬਹੁਤ ਦਿਲਚਸਪ ਹੋਣ ਵਾਲੀ ਹੈ ਰਾਜਨੀਤੀ। ਪਿਛਲੇ ਦਿਨਾਂ 'ਚ ਜਦੋਂ ਪਟਨਾ 'ਚ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਬੰਗਲੁਰੂ ਦੇ ਵਿੱਚ ਹੁੰਦੀ ਹੈ, ਦੋਨਾਂ ਜਗ੍ਹਾ ਤੇ ਰਾਹੁਲ ਗਾਂਧੀ ਦਾ ਰੋਲ ਕਾਫੀ ਅਹਿਮ ਸੀ ਔਰ ਅੱਗੇ ਨਾਲੋਂ ਉਹ ਮੈਚਿਓਰਿਟੀ ਵੀ ਦਿਖਾ ਰਹੇ ਨਜ਼ਰ ਆਉਂਦੇ ਆ। ਪਰ ਕੀ ਰਾਜਨੀਤੀ ਦੇ ਵਿੱਚ ਜਿਸ ਤਰੀਕੇ ਦੀ ਪਕੜ ਬੀਜੇਪੀ ਬਣਾ ਚੁੱਕੀ ਆ ਔਰ ਜਿਵੇਂ ਸੱਤਾ ਨਾਲ ਜੁੜਨ ਦੀ ਖਾਹਿਸ਼ ਬਹੁਤ ਸਾਰੀਆਂ ਖੇਤਰੀ ਪਾਰਟੀਆਂ 'ਚ ਵੀ ਆ, ਉਹਦਾ ਮੁਕਾਬਲਾ ਕਰਨ ਲਈ ਇਹ ਇੰਡੀਆ ਨਾਂ ਦਾ ਗੱਠਜੋੜ ਆਪਣੇ ਆਪ ਨੂੰ ਵਿਸਥਾਰ ਵਿੱਚ ਕਿੰਨੀ ਕੁ ਅੱਗੇ ਤੱਕ ਲਿਜਾ ਪਾਏਗਾ, ਇਹ ਸਵਾਲ ਤਾਂ ਖੜਾ ਰਹੇਗਾ। ਸਰਦਾਰ ਹਰਮੀਤ ਸਿੰਘ ਜੀ, ਅਸੀਂ 2-3 ਮਾਮਲੇ ਬੜੇ ਜ਼ਰੂਰੀ ਲੈਣੇ ਆ। ਇੱਕ ਮਾਮਲਾ ਤਾਂ ਅਸੀਂ ਲਵਾਂਗੇ ਜਿਹੜਾ ਵਿਧਾਇਕਾਂ ਦੇ ਮਾਣ ਸਨਮਾਨ ਨਾਲ ਜੁੜਿਆ, ਲੇਕਿਨ ਇੱਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੀ ਜ਼ਮਾਨਤ ਮਿਲੀ ਆ। ਥੋੜੇ ਜਿਹੇ ਤੱਥ ਹੋਰ ਤਸਦੀਕ ਹੋ ਲੈਣ, ਕਿਉਂਕਿ ਕੱਲ ਹਾਈਕੋਰਟ ਦੇ ਵਿੱਚ ਭਰਵੀਂ ਪਰਸੋਂ ਬਹਿਸ ਹੋਈ ਸੀ ਔਰ ਅੱਜ ਲਈ ਮਾਮਲਾ ਰੱਖਿਆ ਗਿਆ ਸੀ। ਉਹਦੇ ਵਿੱਚ ਉਹਨਾਂ ਦੇ ਵਕੀਲ ਨੇ ਕਿਹਾ ਸੀ ਕਿ ਇਹ ਮਾਮਲਾ ਬਣਦਾ ਹੀ ਨਹੀਂ, ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਇਹਦੇ ਉੱਤੇ ਗੱਲ ਕਰਾਂਗੇ, ਪਰ ਮੈਂ ਉਸ ਤੋਂ ਪਹਿਲਾਂ ਜਾਣਾ ਚਾਹੁੰਦਾ ਹੈ ਮਨੀਸ਼ ਸਿਸੋਦੀਆ ਜਿਹੜੇ ਕਿ ਐਕਸਾਈਜ਼ ਮਾਮਲੇ ਦੇ ਵਿੱਚ ਅੰਦਰ ਨੇ, ਉਹਨਾਂ ਨੂੰ ਜ਼ਮਾਨਤ ਦੀ ਜਿਹੜੀ ਸੁਣਵਾਈ ਸੀ, ਉਹਨਾਂ ਦੀ ਅਰਜ਼ੀ ਤੇ ਸੁਣਵਾਈ ਸੀ, ਹੁਣ ਉਹ ਸਤੰਬਰ ਤੱਕ ਅੱਗੇ ਚਲੇਗੀ ਆ। ਈਡੀ ਇਹਦੇ ਵਿੱਚ ਬੜੇ ਤੱਥਾਂ ਨਾਲ ਪੇਸ਼ ਹੁੰਦੀ ਹੈ ਹਰ ਵਾਰੀ ਔਰ ਜ਼ਮਾਨਤ ਉਹਨਾਂ ਦੀਆਂ ਘਰੇਲੂ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਨੂੰ ਨਹੀਂ ਮਿਲ ਰਹੀ। ਇਸ ਤੋਂ ਪਹਿਲਾਂ ਸਤਿੰਦਰ ਜੈਨ ਨੂੰ ਵੀ ਬਹੁਤ ਮੁਸ਼ਕਲ ਨਾਲ ਇਲਾਜ ਦੇ ਨਜ਼ਰੀਏ ਤੋਂ ਹੀ ਜ਼ਮਾਨਤ ਮਿਲੀ ਹੋਈ ਆ ਔਰ ਸ਼ਰਤਾਂ ਤੇ ਮਿਲੀ ਹੋਈ ਆ। ਅਜੇ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਘਟੀਆਂ ਨਹੀਂ। ਪਰ ਕੱਲ ਪਾਰਲੀਮੈਂਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ, ਜਿਹੜਾ ਪੰਜਾਬ ਦੇ ਵਿੱਚ ਸੇਮ ਐਕਸਾਈਜ਼ ਪਾਲਿਸੀ ਦਾ ਮਾਮਲਾ, ਤਾਂ ਅਮਿਤ ਸ਼ਾਹ ਨੇ ਆਵਾਜ਼ ਆਈ ਸੀ ਉਸ ਪਾਸਿਓਂ ਕਿ ਤੁਸੀਂ ਲਿਖਤੀ ਭੇਜੋ। ਉਹਨਾਂ ਨੇ ਕਿਹਾ ਸੀ ਕੱਲ ਹੀ ਭੇਜ ਰਹੀ ਹਾਂ, ਰਿਪੀਟ ਕਰਕੇ ਉਹਨਾਂ ਨੇ ਕਿਹਾ ਸੀ ਕਿ ਕੱਲ ਹੀ ਮੈਂ ਲਿਖਤੀ ਭੇਜ ਰਹੀ ਹਾਂ। ਸੋ ਇਹ ਮਾਮਲਾ ਕਾਫੀ ਅਹਿਮ ਆ ਕਿ ਕੀ ਪੰਜਾਬ ਦੇ ਵਿੱਚ ਸ਼ਰਾਬ ਨੀਤੀ ਦੇ ਨਜ਼ਰੀਏ ਤੋਂ ਜਿਹੜੇ ਇਸ ਤਰ੍ਹਾਂ ਦੇ L1 ਲਾਇਸੈਂਸ ਤੇ ਬਾਕੀ ਜਿਹੜੀਆਂ ਬੇਨਿਯਮੀਆਂ ਦੀ ਗੱਲ ਮਨਜਿੰਦਰ ਸਿਰਸਾ ਕਰਦੇ ਰਹੇ ਨੇ, ਬਿਕਰਮ ਸਿੰਘ ਮਜੀਠੀਆ ਕਰਦੇ ਰਹੇ ਨੇ, ਹੁਣ ਅਕਾਲੀ ਦਲ ਨੇ ਇਹ ਮੰਗ ਪਾਰਲੀਮੈਂਟ 'ਚ ਉਠਾਈ ਆ। ਇਸ ਨਜ਼ਰੀਏ ਤੋਂ ਕੀ ਪੰਜਾਬ ਦੇ ਵਿੱਚ ਵੀ ਵੱਡਾ ਮਾਮਲਾ ਹੋ ਸਕਦਾ? ਕੀ ਕੋਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਹਦੇ ਮਾਮਲੇ 'ਚ ਵੀ FIR ਹੋ ਜੂ, ਜਾਂਚ ਅੱਗੇ ਤੁਰ ਪਊਗੀ? ਤੁਹਾਨੂੰ ਕੀ ਲੱਗ ਰਿਹਾ? ਇਹ ਕੱਲ ਹਰਸਿਮਰਤ ਬਹੁਤ ਹਮਲਾਵਰ ਵੀ ਸੀਗੇ ਸਰਦਾਰ ਹਰਮੀਤ ਸਿੰਘ ਜੀ। ਬਿਲਕੁਲ ਹਮਲਾਵਰ ਸੀ, ਉਹਨਾਂ ਦਾ ਬੋਲਣ ਦਾ ਐਗਰੈਸਿਵ ਸਟਾਈਲ ਹੁੰਦਾ ਹਮੇਸ਼ਾ ਹੀ ਜਦੋਂ ਵੀ ਬੋਲਦੇ ਨੇ। ਤੇ ਕੱਲ ਦਾ ਮਾਮਲਾ ਵੈਸੇ ਉਸ ਬਿੱਲ ਦੇ ਉੱਤੇ ਸੀ ਜਿਹੜਾ ਆਰਡੀਨੈਂਸ ਦੇ ਤੌਰ ਤੇ ਦਿੱਲੀ ਦੀ ਸਰਕਾਰ ਦੀਆਂ ਪਾਵਰਾਂ ਦੇ ਨਾਲ ਸੰਬੰਧਿਤ ਸੀ। ਪਰ ਮੈਨੂੰ ਇਹ ਲੱਗਦਾ ਸੀ ਕਿ ਉਹਨਾਂ ਨੇ ਜਿੱਥੇ ਖਤਮ ਕੀਤਾ ਲਿਜਾ ਕੇ ਇੱਕ ਪੜ੍ਹਤਾ ਕਿ ਅਕਾਲੀ ਦਲ ਹਮੇਸ਼ਾ ਹੀ ਫੈਡਰਲਿਜ਼ਮ ਤੇ ਹੋਇਆ। ਮੈਨੂੰ ਲੱਗਦਾ ਸੀ ਕਿ ਪਹਿਲਾਂ ਜੇ ਉਹ ਜ਼ਿਆਦਾ ਟਾਈਮ ਫੈਡਰਲਿਜ਼ਮ ਦੇ ਜਿਹੜੀ ਨੁਕਤੇ ਗਣਾਉਣ ਤੇ ਲਾਉਂਦੇ ਤੇ ਅਕਾਲੀ ਦਲ ਦੀ ਉਹਦੇ ਬਾਰੇ ਸਟਰਗਲ ਤੇ ਦੱਸਦੇ ਕਿ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਕੀ ਕੀਤਾ। ਜਾਂਦੇ ਜਾਂਦੇ ਉਹ ਗੱਲਾਂ ਕਹਿ ਰਹੇ ਸੀ, ਪਰ ਉਹਨਾਂ ਦਾ ਜ਼ਿਆਦਾ ਫੋਕਸ ਆਮ ਆਦਮੀ ਪਾਰਟੀ ਦੇ ਖਿਲਾਫ ਮੇਰੇ ਖਿਆਲ ਰਿਹਾ ਉਸ ਮਾਮਲੇ 'ਚ। ਬਿਲਕੁਲ ਇੱਥੇ ਦੀ ਵਿਰੋਧੀ ਪਾਰਟੀ ਆ, ਇੱਥੇ ਸੱਤਾਧਾਰੀ ਹੈ ਤੇ ਕਹਿਣਾ ਉਹ ਵੀ ਕੋਈ ਗੱਲ ਨਹੀਂ ਨਾ ਆਣਾ। ਪਰ ਜਿਹੜਾ ਬੁਨਿਆਦੀ ਮੁੱਦਾ ਫੈਡਰਲ ਸਟਰਕਚਰ ਦਾ ਕੁਐਸਚਨ ਹੁੰਦਾ ਸੀ, ਸ਼ਾਇਦ ਉਹਦੇ 'ਚ ਇੱਕ ਵੀਕਨੈਸ ਵੀ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਉਸ ਸਰਗਰਮੀ ਨਾਲ ਉਹ ਮੁੱਦਾ ਨਹੀਂ ਉਠਾ ਪਾ ਰਿਹਾ। ਹਿਸਟਰੀ 'ਚੋਂ ਇੱਕ ਪਹਿਰਾ ਚੱਕ ਕੇ ਕੱਢ ਕੇ ਤੁਸੀਂ ਦੇਣਾ ਉਹ ਆਪ ਕਾਫੀ ਨਹੀਂ ਹੁੰਦਾ। ਉਹਦੇ ਲਈ ਤੁਹਾਨੂੰ ਅੰਦਰੋਂ ਕਨਵਿਕਸ਼ਨ ਦੇ ਤੌਰ ਤੇ ਬੋਲਣਾ ਪੈਂਦਾ ਕਿ ਅਸੀਂ ਲੜਾਈਆਂ ਲੜੀਆਂ ਨੇ। ਅਨੰਦਪੁਰ ਦੇ ਮਤੇ ਨੂੰ ਵੱਖਵਾਦੀ ਕਹਿ ਕੇ ਤੁਸੀਂ ਮਤਲਬ ਕੂੜੇ 'ਚ ਸੁੱਟ ਦੇਣਾ ਤੇ ਜੇ ਉਹਨੂੰ ਵਿਵਾਦ ਖੜਾ ਕਰ ਦੇਣਾ ਐਡਾ, ਤੇ ਅੱਜ ਸਗੋਂ ਉਹਦੀ ਜ਼ਰੂਰਤ ਹੈ ਸਾਰੇ ਮਾਮਲੇ ਦੇ ਵਿੱਚ ਉਦੋਂ ਵੀ ਜ਼ਿਆਦਾ, ਉਹ ਹੋਰ ਜ਼ਿਆਦਾ ਜ਼ਰੂਰੀ ਹੋਣਾ ਸੀ, ਹੋਰ ਜ਼ਿਆਦਾ ਬੈਟਰ ਸ਼ਾਇਦ ਤਰੀਕਾਕਾਰ ਤਰਤੀਬ ਜਿਹੜੀ ਬੋਲਣ ਦੀ ਜਿਹੜੀ ਤਰਤੀਬ ਸੀ ਸ਼ਾਇਦ ਉਹ ਪੋਲੀਟੀਕਲ ਸਟਾਇਰ ਦੇ ਐਂਗਲ ਤੋਂ ਜ਼ਿਆਦਾ ਕਾਰਗਰ ਸਾਬਤ ਹੋ ਸਕਦੀ ਸੀ ਉਸ ਪੱਧਰ ਦੇ ਉੱਤੇ। ਕਿਉਂਕਿ ਅਕਾਲੀ ਦਲ ਨੇ ਕੇਵਲ ਦੂਜੇ ਨੂੰ ਨਿੰਦਣਾ ਨਹੀਂ, ਆਪਣਾ ਪਿਛੋਕੜ ਵੀ ਫਰੋਲਣਾ, ਜਿਹੜੀਆਂ ਤਾਂ ਉਹਤੇ ਤੂਹਮਤਾਂ ਲੱਗਦੀਆਂ ਨੇ ਉਹਨੂੰ ਵੀ ਲੋਕਾਂ ਦੇ ਵਿੱਚ ਵੀ ਸਾਬਤ ਕਰਨਾ ਹੈ ਕਿ ਅਸੀਂ ਉਹਨੂੰ ਥੋੜਾ ਜਿਹਾ ਠੀਕ ਕਰ ਰਹੇ ਹਾਂ, ਬਾਕੀ ਪਾਸੇ ਆ ਰਹੇ ਹਾਂ ਕਿਸੇ ਨਾ ਕਿਸੇ ਰੂਪ 'ਚ।
ਹਾਂ, ਜਿਹੜਾ ਐਕਸਾਈਜ਼ ਪਾਲਿਸੀ ਦਾ ਸਵਾਲ ਹੈ, ਐਕਸਾਈਜ਼ ਪਾਲਿਸੀ ਦੇ ਸਵਾਲ ਤੇ ਉਹਨਾਂ ਨੇ ਬਿਲਕੁਲ ਐ ਕਿਹਾ ਜਿਵੇਂ ਆਪਸੀ ਅਪਣੱਤ ਦੇ ਵਿੱਚ ਕਹਿੰਦੇ ਨੇ ਉਹਨਾਂ ਨੂੰ, ਜਿਵੇਂ ਆਪਣੀ ਪਾਰਟੀ ਨੂੰ ਹੀ ਸੱਦਾ ਦਿੰਦੇ ਹੁੰਦੇ ਨੇ, ਔਰ ਉਹਨਾਂ ਦੀ ਬਿਲਕੁਲ ਲਹਿਜਾ ਹੋਇਆ ਜਾ ਸੀਗਾ ਕਿ ਇੱਥੇ ਦਿੱਲੀ ਵਾਲੇ ਤਾਂ ਤੁਸੀਂ ਫੜ ਲਏ ਤੇ ਉਹਨਾਂ ਨੂੰ ਫੜੋ ਫਟਾਫਟ, ਉਹਨਾਂ ਨੂੰ ਕਿਉਂ ਨਹੀਂ ਫੜਦੇ, ਤੁਰੰਤ ਕਾਰਵਾਈ ਕਰੋ। ਉਹ ਸਾਰੇ ਮਤਲਬ ਹੋਮ ਮਿਨਿਸਟਰ ਬੈਠੇ ਨੇ, ਇਹ ਵੀ ਕਿਹਾ ਗਿਆ ਤੁਸੀਂ ਬੈਠੇ ਹੋ ਤੇ ਤੁਸੀਂ ਉਹਨਾਂ ਖਿਲਾਫ ਕਾਰਵਾਈ ਕਰੋ ਉਸ ਪੱਧਰ ਦੇ ਉੱਤੇ। ਹੁਣ ਜਿਹੜੀ ਗ੍ਰਹਿ ਮੰਤਰੀ ਇਹ ਕਹਿ ਰਹੇ ਨੇ ਕਿ ਤੁਸੀਂ ਲਿਖ ਕੇ ਦੇ ਦਿਓ, ਇਹ ਗੱਲ ਦੀ ਤਾਂ ਕੋਈ ਤੁਕਬੰਦੀ ਮੈਨੂੰ ਨਹੀਂ ਲੱਗਦੀ। ਠੀਕ ਹੈ, ਹੋ ਸਕਦਾ ਹਰਸਿਮਰਤ ਕੌਰ ਬਾਦਲ ਲਿਖ ਕੇ ਵੀ ਭੇਜ ਦੇਣ, ਬਾਕੀ ਤੁਹਾਡੇ ਹੀ ਬੰਦੇ ਲਿਖ ਕੇ ਦਿੰਦੇ ਫਿਰਦੇ ਨੇ, ਮਨਜਿੰਦਰ ਸਿਰਸਾ ਲਿਖ ਕੇ ਦਿੰਦਾ ਫਿਰਦਾ, ਬਾਕੀ ਚੀਜ਼ਾਂ ਲਿਖ ਕੇ ਦਿੰਦੇ, ਸਾਰਾ ਕੁਝ ਤੁਹਾਡੇ ਕੋਲ ਹੈ। ਹੋਮ ਮਿਨਿਸਟਰੀ ਨੂੰ ਲਿਖਣ ਦੀ ਕੋਈ ਗੱਲ ਹੈ ਕਿ ਬਾਕੀ ਚੀਜ਼ਾਂ ਲਿਖ ਕੇ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ? ਸਾਰੇ ਲੋਕਾਂ ਦੇ ਈਡੀ ਤੇ ਸੀਬੀਆਈ ਜਿਨ੍ਹਾਂ ਦੇ ਜਾਂਦੀ ਆ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਕੋਈ ਲੋਕ ਤੁਹਾਨੂੰ ਜਿਹੜੀਆਂ ਇਹ ਚੀਜ਼ਾਂ ਕਰਦੇ ਨੇ? ਮਤਲਬ ਇਹ ਗੱਲ ਤਾਂ ਇੱਕ ਵੈਸੇ ਹੀ ਹੁੰਦੀ ਹੈ ਵੀ ਚਲੋ ਤੁਹਾਨੂੰ ਵੀ ਨਾਲ ਲਾ ਲੈਂਦੇ ਆ, ਤੁਸੀਂ ਵੀ ਲਿਖ ਕੇ ਦਿਓ, ਇੱਕ ਸ਼ਿਕਾਇਤੀ ਤਾਂ ਬਣੋ ਨਾ ਉਸ ਪਟੀਸ਼ਨਰ ਦੇ ਵਿੱਚ। ਕਿੰਨੀਆਂ ਪਟੀਸ਼ਨਾਂ ਚਾਹੀਦੀਆਂ ਹੁੰਦੀਆਂ ਨੇ? ਜੇ ਗਵਰਨਮੈਂਟ ਆਫ ਇੰਡੀਆ ਜਾਂਚ ਕਰਨਾ ਹੀ ਚਾਹੇ ਉਸ ਮਾਮਲੇ ਦੇ ਉੱਤੇ, ਤੁਸੀਂ ਖਾਲਸਾ ਏਡ ਦੇ NIA ਭੇਜ ਦਿੰਦੇ ਹੋ, ਇਹਦੀ ਬਜਾਏ ਕਿ ਉਹ ਕੋਈ ਦੂਜਾ ਫਾਈਨੈਂਸ਼ੀਅਲ ਮਾਮਲਾ ਹੋਵੇ, ਤੁਸੀਂ ਕਿਸੇ ਦੇ ਕੋਈ ਹੋਰ ਭੇਜ ਦਿੰਦੇ ਹੋ, ਤੀਜੇ ਦੇ, ਜਿਹਦੇ ਮਰਜ਼ੀ ਚੀਜ਼ਾਂ ਚੱਲਦੀਆਂ ਨੇ। ਇਹਦੇ ਚ ਮੈਨੂੰ ਇਹ ਲੱਗਿਆ ਕਿ ਤੁਸੀਂ ਡਿਫੈਂਸਿਵ ਹੋ, ਤੁਸੀਂ ਉਹ ਅਗਰੈਸਿਵ ਰੋਲ ਨਹੀਂ ਅਦਾ ਕਰ ਰਹੇ। ਜਾਂ ਤਾਂ ਕਹੋ ਕਿ ਅਸੀਂ ਜਾਂਚ ਕਰਾ ਕੇ ਦੇਖੀ ਹੈ, ਨਹੀਂ ਹੈ ਉਹਦੇ ਕੁਝ, ਅਸੀਂ ਭੇਜੇ ਸੀ, ਰੇਡ ਰੂਡ ਕੀਤੀ ਹੈ, 2-4 ਅਫਸਰਾਂ ਦੇ ਵੀ ਗਏ ਸੀ, ਤੇ ਉਹਦੇ ਚ ਅੱਗੇ ਵਧਣ ਦਾ ਸਕੋਪ ਹੈ ਜਾਂ ਨਹੀਂ। ਜੇ ਨਹੀਂ ਹੈ ਤਾਂ ਤੁਸੀਂ ਅੱਗੇ ਵੱਧ ਕੇ ਕਹੋ ਕਿ ਹਾਂਜੀ ਅਸੀਂ ਡੈਫੀਨੇਟਲੀ ਇਹਦੇ ਕੁਝ ਕਰ ਰਹੇ ਹਾਂ। ਹੋਮ ਮਿਨਿਸਟਰ ਜਦੋਂ ਬੈਠੇ ਹੋਣ ਤੇ ਉਹਨਾਂ ਨੂੰ ਮੇਰਾ ਖਿਆਲ ਹੈ ਦੱਸਣਾ ਚਾਹੀਦਾ ਸੀ ਓਵਰਆਲ, ਸਗੋਂ ਦਿੱਲੀ ਬਾਰੇ ਵੀ ਦੱਸ ਦਿੰਦੇ ਤੇ ਨਾਲ ਪੰਜਾਬ ਵਾਲੀ ਐਕਸਾਈਜ਼ ਪਾਲਿਸੀ ਬਾਰੇ ਵੀ ਦੱਸ ਦਿੰਦੇ। ਉਹਨਾਂ ਨੇ ਇਹੀ ਕਿਹਾ ਕਿ ਦਿੱਲੀ ਵਾਲੀ ਵਾਪਸ ਹੋ ਗਈ ਹੈ ਤੇ ਪੰਜਾਬ ਵਾਲੀ ਤਾਂ ਚੱਲੀ ਵੀ ਜਾਂਦੀ ਸੀ, ਸਗੋਂ ਉਹ ਤਾਂ ਪੂਰੀ ਹੋ ਕੇ ਅਗਲੇ ਸਾਲ ਨਵਾਂ ਥੋੜਾ ਬਹੁਤ ਅਮੈਂਡਡ ਕੁਝ ਹੋਇਆ ਇਦੋਂ ਪਹਿਲਾਂ ਤੋਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਗਰਾਊਂਡ ਤੇ ਮੈਨੂੰ ਲੱਗਦਾ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ, ਜੇਕਰ ਇਹਦੇ ਚ ਵਾਕਈ ਦਿੱਲੀ ਦੀ ਚ ਐਡਾ ਵੱਡਾ ਕੋਈ ਘਪਲਾ ਹੋਇਆ ਜਿਹਦੇ ਚ ਮਨੀਸ਼ ਸਿਸੋਦੀਆ ਦੀ ਤੁਸੀਂ ਜ਼ਮਾਨਤ ਤੱਕ ਨਹੀਂ ਹੋ ਰਹੀ, ਤੁਸੀਂ ਦੇਖੋ ਹਜੇ ਤੱਕ ਬਾਰ-ਬਾਰ ਜ਼ਮਾਨਤ ਤਾਂ ਹਾਲਾਂਕਿ ਆਮ ਮੰਨੀ ਜਾਂਦੀ ਹੈ ਕਿ ਸਾਰੀ ਪੁੱਛਗਿੱਛ ਤੋਂ ਬਾਅਦ ਆਫਟਰ ਆਲ ਜੇ ਤੁਹਾਨੂੰ ਕੋਈ ਬੰਦਾ ਉਵੇਂ ਨਹੀਂ ਚਾਹੀਦਾ ਤਾਂ ਲੀਗਲ ਮੁਕੱਦਮਾ ਚੱਲੂ, ਟ੍ਰਾਇਲ ਕੋਰਟ ਚ ਉਹਨੂੰ ਜ਼ਮਾਨਤ ਮਿਲ ਹੀ ਜਾਂਦੀ ਹੁੰਦੀ ਹੈ ਬੰਦੇ ਨੇ, ਹੋਰ ਕੀ ਕਰਨਾ। ਜ਼ਮਾਨਤ ਤਾਂ ਇਹੋ ਜਿਹੀ ਇੱਕ ਸਿੱਧੀ ਚੀਜ਼ ਹੈ। ਤੇ ਹੁਣ ਪੰਜਾਬ ਦੇ ਬਾਰੇ ਦੇ ਵਿੱਚ ਇਹ ਜ਼ਰੂਰ ਹੈ, ਇੱਕ ਵਾਰ ਨਾ ਜੇ ਚੱਲੇ ਸੀ, ਕੋਈ ਐਡਜਸਟਮੈਂਟ ਹੋਈ ਹੈ, ਕੋਈ ਨਹੀਂ ਹੋਈ ਹੈ, ਹੋਇਆ ਕੀ ਹੈ। ਤੇ ਮਨਜਿੰਦਰ ਸਿਰਸਾ ਬਿਹਤਰ ਨੇੜੇ ਬੰਨੇ ਜਾਂਦੇ ਨੇ ਗ੍ਰਹਿ ਮੰਤਰੀ ਦੇ ਕਾਫੀ ਜ਼ਿਆਦਾ, ਉਹਨਾਂ ਦੀ ਵੀ ਪਟੀਸ਼ਨ ਕਿਉਂ ਕਾਰਵਾਈ ਨਹੀਂ ਹੋਈ, ਤੇ ਇਹ ਤਾਂ ਹੁਣ ਉਹ ਸਾਰੇ ਦੱਸ ਸਕਦੇ ਨੇ। ਬਾਕੀ ਬੀਬਾ ਜੀ ਨੂੰ ਜ਼ਰੂਰ ਭੇਜ ਹੀ ਦੇਣੀ ਚਾਹੀਦੀ ਹੈ, ਜਿੰਨੀ ਕੁ ਉਹਨਾਂ ਨੇ ਕਿਹਾ ਉਹ ਭੇਜ ਦੇਣਗੇ। ਫਿਰ ਵੀ ਹੋਏਗੀ ਜਾਂ ਨਹੀਂ ਹੋਏਗੀ, ਇਹ ਪੋਲਿਟਿਕਸ ਬੜੀ ਇੱਕ ਮਸਕਰੀ ਵਾਲੀ ਤੇ ਉਲਝਣਦਾਰ ਹੈ, ਇੱਕੋ ਦਮ ਕਿਹਾ ਨਹੀਂ ਜਾ ਸਕਦਾ। ਬਿਲਕੁਲ ਠੀਕ ਹੈ, ਕਿਹਾ ਨਹੀਂ ਜਾ ਸਕਦਾ, ਪਰ ਇਹ ਵੀ ਤਾਂ ਮੋਟੀ ਗੱਲ ਤੁਰਦੀ ਰਹਿੰਦੀ ਹੈ ਕਿ ਪੰਜਾਬ ਦੇ ਹਰੇਕ ਮੁੱਖ ਮੰਤਰੀ ਨਾਲ ਕੇਂਦਰੀ ਸੱਤਾ ਸਾਂਝ ਪਾ ਕੇ ਤੁਰਦੀ ਆ, ਇੱਥੋਂ ਦੇ ਅਫਸਰਾਂ ਨਾਲ ਗੋਲ ਗਲੂੰਡੀ 'ਚ ਰਹਿੰਦੀ ਆ, ਕਿਉਂਕਿ ਬਾਰਡਰ ਸਟੇਟ ਹੈ ਜਿਹੜੀ ਇੱਕ ਮਾਈਨੋਰਿਟੀ ਇੱਥੇ ਮੈਜੋਰਿਟੀ 'ਚ ਹੈ, ਔਰ ਇਸ ਕਰਕੇ ਸੰਵੇਦਨਸ਼ੀਲਤਾ ਦੇ ਨਜ਼ਰੀਏ ਤੋਂ ਦੋਨੇ ਸੱਤਾ ਕੜਿੰਗੜੀ ਪਾ ਕੇ ਚੱਲਦੀਆਂ। ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਹੁਣ ਭਗਵੰਤ ਮਾਨ ਸਾਹਿਬ ਬਾਰੇ ਵੀ ਕਿਹਾ ਜਾਂਦਾ ਕਿ ਉਹ ਵੀ ਆਪਣੇ ਸੁਪਰੀਮੋ ਨੂੰ ਦਿਖਾਉਂਦੇ ਰਹਿੰਦੇ ਵੀ ਮੇਰਾ ਬੜਾ ਪੰਗਾ ਗਵਰਨਰ ਨਾਲ, ਵੇਖ ਲਓ ਕੇਂਦਰ ਗਵਰਨਰ ਥਰੂ ਮੇਰੇ ਨਾਲ ਪੰਗਾ ਕਰ ਰਿਹਾ, ਪਰ ਅੰਦਰ ਖਾਤੇ ਸਾਂਝਾਂ ਅੱਛੀਆਂ ਨੇ। ਇਸ ਕਰਕੇ ਪੰਜਾਬ ਦੇ ਕਿਸੇ ਮਾਮਲੇ 'ਚ ਕੇਂਦਰੀ ਸੱਤਾ ਘੱਟ ਹੀ ਕਦਮ ਵਧਾਉਂਦੀ ਆ। ਹੁਣ ਮਨਜਿੰਦਰ ਸਿਰਸਾ ਨੇ ਪੂਰਾ ਜ਼ੋਰ ਲਾਇਆ ਸੀ, ਅਜੇ ਤੱਕ ਕਾਰਵਾਈ ਪੰਜਾਬ ਵੱਲ ਤੁਰੀ ਨਹੀਂ। ਸ਼ੁਰੂਆਤੀ ਦਿਨਾਂ 'ਚ ਸਰਦਾਰ ਜਗਤਾਰ ਸਿੰਘ ਦੀ ਵਰਨ ਔਰ ਨਰੇਸ਼ ਦੁਬੇ ਜਿਹੜੇ ਉਹਨਾਂ ਦਿਨਾਂ 'ਚ ਕਰਤਾ ਧਰਤਾ ਸੀ, ਉਹਨਾਂ ਵੱਲੇ ਆਏ ਸੀ ਅਧਿਕਾਰੀ, ਹੁਣ ਉਹ ਕਿਹੜੀ ਏਜੰਸੀ ਦੇ ਸੀ, ਈਡੀ ਦੇ ਸੀ, ਕਿਹੜੇ ਸੀ। ਔਰ ਉਸ ਤੋਂ ਬਾਅਦ ਇੱਕ ਹੋਰ ਅਧਿਕਾਰੀ ਜਿਨ੍ਹਾਂ ਨੂੰ ਸੱਦਿਆ ਗਿਆ ਸੀ ਐਡੀਸ਼ਨਲ ਚੀਫ ਸੈਕਟਰੀ ਪੱਧਰ ਤੇ, ਉਹ ਉਸ ਦਿਨ ਮਿਲੇ ਨਹੀਂ ਜਿਸ ਦਿਨ ਚੰਡੀਗੜ੍ਹ ਆਏ ਸੀ ਅਧਿਕਾਰੀ, ਫਿਰ ਉਹਨਾਂ ਨੂੰ ਦਿੱਲੀ 'ਚ ਸੱਦਿਆ ਗਿਆ ਸੀ। ਅਜੇ ਸੱਤਾ ਦੇ ਗਲਿਆਰਿਆਂ 'ਚ ਸਿਆਸੀ ਬੰਦੇ ਵੀ ਗੱਲ ਕਰਦੇ ਕਿ ਪਤਾ ਨਹੀਂ ਕੋਈ ਸਿਆਪਾ ਹੀ ਨਾ ਪੈ ਜੇ, ਗੱਲ ਤੇ ਕੱਖ ਵੀ ਨਹੀਂ ਹੁੰਦੀ। ਸੋ ਇਹ ਸਾਰੇ ਮਾਮਲੇ ਇੱਕ ਵਾਰੀ ਟੱਚ ਕਰ ਦਿਓ, ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਜਿਸ ਤਰੀਕੇ ਨਾਲ ਕੱਲ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਦਾ ਪੱਖ ਪੇਸ਼ ਕੀਤਾ ਹੈ ਤੇ ਦੋਨਾਂ ਨੂੰ ਨਿਸ਼ਾਨੇ ਤੇ ਲਿਆ, ਉਹ ਵੀ ਦਿਲਚਸਪ ਰਿਹਾ। ਨਹੀਂ, ਚੰਗੀ ਗੱਲ ਹੈ ਕਿ ਉਹ ਅਗਰੈਸਿਵਲੀ ਪੰਜਾਬ ਦੇ ਇਸ਼ੂ ਟੇਕ ਅਪ ਕਰ ਰਹੇ ਹੈ ਲੋਕ ਸਭਾ ਦੇ ਵਿੱਚ, ਤੇ ਮਿਨਿਸਟਰ ਬਣਨ ਤੋਂ ਪਹਿਲਾਂ ਵੀ ਕਰਦੇ ਹੁੰਦੇ ਸੀਗੇ, ਤਾਂ ਇਹਨਾਂ ਦਾ ਪਲੱਸ ਪੁਆਇੰਟ ਰਿਹਾ ਕਿਸੇ ਵੇਲੇ। ਉਹ ਤਾਂ ਜਦੋਂ ਸਰਕਾਰ ਦੇ ਵਿੱਚ ਆ ਗਏ ਉਦੋਂ ਥੋੜਾ ਜਿਹਾ ਰੋਲ ਚੇਂਜ ਹੋ ਗਿਆ। ਤੇ ਕੱਲ ਬੇਸਿਕਲੀ ਤਾਂ ਇਸ਼ੂ ਸੀ ਤੁਹਾਡੇ ਆਰਡੀਨੈਂਸ ਨੂੰ ਦੇ ਬਿੱਲ ਬਣਾਉਣ ਦਾ, ਤੇ ਇਹਨਾਂ ਨੇ ਆਪਣੇ ਵੱਲੋਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਤੇ। ਬੜੀ ਵਧੀਆ ਗੱਲ ਹੈ, ਕਰਨਾ ਚਾਹੀਦਾ ਵੀ ਇਹਨਾਂ ਦਾ ਰਾਈਟ ਹੈ। ਜੇ
ਸੂਬੇ ਸਿਆਸਤ ਕਰਨੀ ਹੈ ਜਿੱਥੇ ਸਰਕਾਰ ਆਪ ਦੀ ਹੈ, ਤੇ ਇਹਨਾਂ ਨੂੰ ਡੈਫੀਨਿਟਲੀ ਅਟੈਕ ਕਰਨਾ ਚਾਹੀਦਾ ਹੈ। ਜੀ ਲੇਕਿਨ ਇੱਕ ਅਟੈਕ ਬੜਾ ਸ਼ਾਰਪ ਕਿਸੇ ਹੋਰ ਪਾਸੇ ਹੋਇਆ, ਜਿਸ ਐਮਪੀ ਨੇ ਵੋਟ ਪਾਈ ਇਹ ਬਿੱਲ ਦੇ ਖਿਲਾਫ, ਲੇਕਿਨ ਅਟੈਕ ਕੀਤਾ ਸ਼ਾਰਪ ਕੇਜਰੀਵਾਲ ਤੇ। ਉਸੇ ਉਸਾਦੇ ਓਵੈਸੀ ਉਹ ਕਹਿੰਦੇ ਵੀ ਇਹ ਕੇਜਰੀਵਾਲ ਸਾਹਿਬ ਬੀਜੇਪੀ ਦੇ ਜੈਨੇਟਿਕਲੀ ਮੋਡੀਫਾਈਡ ਵਰਸ਼ਨ ਹੈ। ਅੱਛਾ ਹਾਂ, ਤੇ ਗੱਲ ਹੀ ਮੁਕਾਤੀ ਸਾਰੀ, ਇੰਨੀ ਗੱਲ ਕਹਿ ਕੇ ਉਹ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਨਿਕਲੇ, ਗੱਲ ਮੁੱਕ ਲਈ। ਹੁਣ ਲਫ਼ਜ਼ ਇਹ ਛਪਿਆ ਉਹਨਾਂ ਦੇ ਜੋ ਵਰਤਿਆ, ਜੈਨੇਟਿਕਲੀ ਮੋਡੀਫਾਈਡ ਬੀਜੇਪੀ ਵਰਸ਼ਨ ਕੇਜਰੀਵਾਲ ਦੇ ਬਾਰੇ। ਇਸ ਤੋਂ ਸ਼ਾਰਪ ਅਟੈਕ ਮੇਰੇ ਖਿਆਲ ਦੇ ਵਿੱਚ ਲੋਕ ਸਭਾ ਦੇ ਵਿੱਚ ਨਹੀਂ ਹੋ ਸਕਦਾ, ਜਦਕਿ ਵੋਟ ਪਾਉਣ ਦੇ ਮਾਮਲੇ ਤੇ ਕੇਜਰੀਵਾਲ ਦੇ ਨਾਲ ਹੈ। ਸੋ ਇਹ ਤਾਂ ਚੁੱਪ ਕਰ ਗਏ ਆਪਣੇ ਐਕਸਾਈਜ਼ ਪਾਲਿਸੀ ਚੱਕ ਕੇ। ਇਹ ਪੋਲੀਟੀਕਲ ਅਟੈਕ ਨਹੀਂ ਹੈ, ਕਰਪਸ਼ਨ ਦਾ ਕੇਸ ਹੈਗਾ। ਅਟੈਕ ਜਿਹੜਾ ਹੁੰਦਾ ਹੈ ਉਹ ਪੋਲੀਟੀਕਲ ਹੋਣਾ ਚਾਹੀਦਾ। ਠੀਕ ਹੈ, ਇਸ਼ੂ ਵੀ ਟੇਕ ਅਪ ਹੋਣੀ ਚਾਹੀਦੀ, ਉਹਨਾਂ ਨੇ ਵਧੀਆ ਕੀਤਾ। ਪੰਜਾਬ ਦਾ ਇੱਕ ਹੋਰ ਐਕਸਾਈਜ਼ ਦੇ ਮਾਮਲੇ 'ਚ ਬਹੁਤ ਇੰਟਰਸਟਿੰਗ ਐਸਪੈਕਟ ਹੈ ਜੀ, ਜਿੰਨਾ ਗਿਆਨ ਅਕਾਲੀ ਲੀਡਰਾਂ ਨੂੰ ਤੇ ਕਾਂਗਰਸੀ ਲੀਡਰਾਂ ਨੂੰ ਹੈ ਇਸ ਮਹਿਕਮੇ ਦਾ, ਮੇਰਾ ਖਿਆਲ ਹੋਰ ਕਿਸੇ ਨੂੰ ਹੈ ਨਹੀਂ ਪੰਜਾਬ ਦੇ ਵਿੱਚ। ਇਹ ਕੁਛ ਜਿਹੜੇ ਸੀਨੀਅਰ ਲੀਡਰ ਹੈਗੇ ਆ, ਉਹਨਾਂ ਦੇ ਬੇਨਾਮੀ ਠੇਕੇ ਸਭ ਨੂੰ ਪਤਾ ਹੈ ਵੀ ਜੋ ਸਰਕਾਰ ਆਉਂਦੀ ਹੈ ਅਕਾਲੀ ਦਲ ਦੀ, ਉਦੋਂ ਉਹਨਾਂ ਦੇ ਠੇਕੇ ਉਧਰ ਉਸ ਪਾਸੇ ਹੋ ਜਾਏ, ਮੈਜੋਰਟੀ ਉਹਨਾਂ ਕੋਲ ਚਲੀ ਜਾਂਦੀ ਹੈ ਸ਼ੇਅਰ। ਉਹ ਇਹ ਮਿਲ ਜੁਲ ਕੇ ਸਾਰਾ ਕੰਮ ਪੰਜਾਬ 'ਚ ਹੁੰਦਾ ਰਿਹਾ ਹਮੇਸ਼ਾ। ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਹਦੇ 'ਚ ਮਾਈਨੋਰਿਟੀ ਸ਼ੇਅਰ ਅਕਾਲੀਆਂ ਦਾ ਹੋ ਜਾਂਦਾ ਹੈ ਤੇ ਮੈਜੋਰਟੀ ਕਾਂਗਰਸ ਦੀ ਹੋ ਜਾਂਦੀ ਹੈ। ਇਹ ਬੜਾ ਸਿਸਟਮੈਟਿਕ ਸਾਰਾ ਕੁਝ ਹੁੰਦਾ ਹੈ, ਉਹਦੇ 'ਚ ਬਹੁਤਾ ਕੰਪੀਟੀਸ਼ਨ ਨਹੀਂ ਹੁੰਦਾ। ਮੇਰੀ ਜਿਹੜੀ ਸਰਕਾਰ ਬਣ ਗਈ, ਚਲੋ ਕਹਿ ਵੀ ਤੁਸੀਂ ਤੁਹਾਡਾ ਇੰਨੇ ਪੈਸੇ ਹਿੱਸਾ ਤੇ ਬਾਕੀ ਦਾ ਇੰਨੇ ਪੈਸੇ, ਇਹ ਪੰਜਾਬ ਵਿੱਚ ਚੱਲਦਾ ਹੈ। ਇਸ ਕਰਕੇ ਹਰ ਇੱਕ ਮਾਨਿਊਟ ਡਿਟੇਲ ਕਾਂਗਰਸੀਆਂ ਨੂੰ ਵੀ ਪਤਾ ਹੈ ਇਸ ਮਾਮਲੇ ਦੀ ਤੇ ਅਕਾਲੀਆਂ ਨੂੰ ਵੀ ਪਤਾ ਹੈ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਡੀਪ ਨੌਲੇਜ ਹੋਣ ਤੋਂ ਬਾਅਦ ਵੀ ਹਜੇ ਉਹ ਸਕੈਮ ਨਿਕਲੇ ਨਹੀਂ ਵਿੱਚੋਂ। ਇਹਨਾਂ ਨੂੰ ਸਕੈਮ ਕੱਢ ਕੇ ਲਿਆਉਣਾ ਚਾਹੀਦਾ ਹੈ ਵੀ ਅਸਲੀ ਪੈਸਾ ਕੀ ਹੋਇਆ। ਇਹ ਸਭ ਨੂੰ ਪਤਾ ਹੈ ਕਿ ਸਕੈਮ ਹੁੰਦਾ ਐਕਸਾਈਜ਼ ਦੇ ਵਿੱਚ, ਕੋਈ ਨਵੀਂ ਗੱਲ ਨਹੀਂ ਹੈ, ਬੜਾ ਪੁਰਾਣਾ ਚੱਲਦਾ ਆ ਰਿਹਾ, ਹਰ ਪੱਧਰ ਤੇ ਹੁੰਦਾ। ਹਾਲਤ ਤਾਂ ਤੁਸੀਂ ਦੇਖੋ ਵੀ ਇਹ ਜਿਹੜਾ ਈਵਨ ETO ਹੈ ਉਹਦੀ ਕਮਾਈ ਕਿੰਨੀ ਹੈ, ਉਦੋਂ ਪਤਾ ਲੱਗ ਜਾਂਦਾ ਸਾਰਾ ਕੁਛ। ਉਹ ਬੰਦੇ ਥੱਲੇ ਪੱਧਰ ਤੇ ਤਾਂ ਖਾ ਨਹੀਂ ਸਕਦੇ, ਟਾਪ ਤੱਕ ਜਾਂਦਾ। ਸੋ ਹੇਰਾ ਫੇਰੀਆਂ ਸਭ ਨੂੰ ਪਤਾ ਵੀ ਕਿੱਥੇ ਕੀ ਹੈ, ਲੇਕਿਨ ਕਿਉਂਕਿ ਸਾਰੇ ਹੀ ਇਸ ਕੰਮ ਦੇ ਵਿੱਚ ਇਨਵੋਲਵ ਹੁੰਦੇ ਹੈ ਤਾਂ ਅਲਟੀਮੇਟਲੀ ਇੱਕ ਦੂਜੇ ਨੂੰ ਬਚਾ ਲੈਂਦੇ ਹੈ, ਰੌਲਾ ਪਾ ਕੇ ਬੰਦ ਕਰ ਲੈਂਦੇ ਹੈ। ਇਹ ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸੀ ਐਕਸਾਈਜ਼ ਮਿਨਿਸਟਰ, ਤੇ ਅਕਾਲੀ ਦਲ ਦੇ ਵਿੱਚੋਂ ਹੀ ਡਿਟੇਲ ਆ ਗਈ ਸੀ ਕਿ ਵੀ ਆ ਇਸ ਤਰ੍ਹਾਂ ਘਪਲਾ ਹੋ ਰਿਹਾ। ਇਹ ਵੀ ਰਿਹਾ ਪੌਂਟੇ ਚੱਡੇ ਨੂੰ ਕੌਣ ਲੈ ਕੇ ਆਇਆ ਸੀ ਇੱਥੇ, ਜੇ ਤੁਸੀਂ ਬੈਕਗਰਾਉਂਡ ਦੇਖੋ ਸਾਰੀ, ਤੇ ਉਹ ਬਹੁਤ ਇੰਟਰਸਟਿੰਗ ਇਹ ਸਾਰਾ ਮਾਮਲਾ ਹੈਗਾ। ਉਹ ਲਿਖਣ ਵਾਲਾ ਜਾਂ ਬਹੁਤ ਹੀ ਸਮਝਣ ਵਾਲੀ ਗੱਲ ਨਹੀਂ ਹੁੰਦੀ। ਕਿਸੇ ਇਹਨਾਂ ਲੀਡਰਾਂ ਨਾਲ ਗੱਲ ਕਰ ਲਓ, ਤੁਹਾਨੂੰ ਸਾਰੀ ਗੱਲ ਸਮਝਾ ਦੇਣਗੇ। ਉਹ ਮੈਂ ਕਿਹਾ ਜਿੰਨੇ ਟਾਪ ਲੀਡਰ ਦੋਵਾਂ ਪਾਰਟੀਆਂ ਦੇ ਹੈਗੇ ਆ, ਇਹਨਾਂ ਤੋਂ ਜ਼ਿਆਦਾ ਕੋਈ ਬਿਹਤਰ ਨਹੀਂ ਜਾਣਦਾ। ਹਾਂ, ਸ਼ਰੀਕੇਬਾਜ਼ੀਆਂ ਚੋਂ ਹੀ ਅਕਸਰ ਇਹ ਚੀਜ਼ਾਂ ਬਾਹਰ ਆਉਂਦੀਆਂ ਹੁੰਦੀਆਂ। ਤੁਹਾਡੀ ਗੱਲ ਠੀਕ ਹੈ ਕਿ ਪਿਛਲੇ 30-31 ਸਾਲਾਂ ਦੇ ਵਿੱਚ, ਮਤਲਬ 92 ਔਨਵਰਡ, ਇਹ ਕੋਈ ਐਸਾ ਭਾਗਾਂ ਵਾਲਾ ਲੀਡਰ ਬਚਿਆ ਹੋਊਗਾ ਜਿਹਨੇ ਇਹਨਾਂ ਕਾਰੋਬਾਰਾਂ 'ਚ ਦਿੱਖ ਰੂਪ ਦੇ ਵਿੱਚ ਮਾੜਾ ਮੋਟਾ ਹੱਥ ਨਾ ਰੰਗੇ ਹੋਣ, ਤੇ ਉਹਨਾਂ ਤੋਂ ਵੱਧ ਜਾਣਕਾਰੀ ਕਿਹਨੂੰ, ਤੇ ਜੇ ਅਜੇ ਵੀ ਕੁਝ ਨਹੀਂ ਨਿਕਲਿਆ। ਮੈਂ ਐਗਜ਼ਾਮਪਲ ਇੱਕ ਹੋਰ ਦੇ ਦਿੰਦਾ ਪ੍ਰੈਕਟੀਕਲ। ਹਾਂਜੀ, ਇੱਕ ਸਟੇਜ ਤੇ ਆ ਕੇ ਚੰਡੀਗੜ੍ਹ ਦੀ ਦਾਰੂ ਸਭ ਤੋਂ ਸਸਤੀ ਸੀ ਰੀਜਨ ਦੇ ਵਿੱਚ, ਤੇ ਇਹ ਪੰਜਾਬ ਵਾਲੇ ਅਕਸਰ ਐਮਪਲਾਈਜ਼ ਜਾਣ ਲੱਗੇ 2 ਬੋਤਲਾਂ ਇੱਥੋਂ ਲੈ ਜਾਂਦੇ ਸੀਗੇ। ਉਹ ਇੱਕ ਵਾਰੀ ਹੋਇਆ ਕਿ ਇੱਥੇ ਬੈਰੀਅਰ ਤੇ ਜਿੰਨੀਆਂ ਸੜਕਾਂ ਸੀ ਚੰਡੀਗੜ੍ਹ ਤੋਂ ਮੁਹਾਲੀ ਐਂਟਰ ਕਰਦੀਆਂ ਸੀ, ਸਾਰਿਆਂ ਤੇ ਬੈਰੀਅਰ ਲੱਗੇ, ਤਲਾਸ਼ੀ ਹੋਣ ਲੱਗ ਪਈ ਬੱਸਾਂ ਦੇ ਵਿੱਚ ਵੀ। ਉੱਥੇ ਰੌਲਾ ਪੈ ਗਿਆ। ਫਿਰ ਕਹਿੰਦੇ ਵੀ ਮੁਹਾਲੀ ਦਾ ਸਰਕਲ ਕਿਹਦੇ ਕੋਲੇ ਹੈ ਠੇਕਿਆਂ ਦਾ। ਫਿਰ ਪਤਾ ਲੱਗਾ ਵੀ ਇੱਕ ਅਕਾਲੀ ਲੀਡਰ ਦੇ ਕੋਲੇ ਹੈਗਾ ਬੇਨਾਮੀ, ਉਹ ਕਰਵਾ ਰਿਹਾ। ਰੌਲਾ ਪੈਣ ਤੋਂ ਬੰਦ ਹੋਇਆ। ਚਲੋ, ਘਾਟਾ ਪੈਂਦਾ ਕਿਹਨੂੰ ਬਰਦਾਸ਼ਤ ਹੈ ਜੀ, ਫਿਰ ਭਾਵੇਂ ਕਿਸੇ ਦੇ ਕੱਪੜੇ ਲਵਾਉਣੇ ਪੈਣ। ਵੈਸੇ ਪੰਜਾਬੀਆਂ ਨੇ ਬੱਸਾਂ ਦੇ ਵਿੱਚ ਚੈਕਿੰਗ ਤਾਂ ਖੜਕੂਵਾਦ ਦੇ ਦੌਰ ਤੋਂ ਹੀ ਹੰਡਾਉਣੀ ਸ਼ੁਰੂ ਕਰਤੀ, ਵੀ ਜਿੱਥੇ ਮਰਜ਼ੀ ਰੋਕ ਲਓ, ਬਾਹਰ ਆ ਜਾਓ ਜੀ, ਤੇ ਜਾਂ ਫਿਰ ਜਿਹੜੇ ਹੱਥ ਖੜੇ ਕਰ ਲਓ। ਉਹ ਦੌਰ ਵੀ ਬੜੇ ਅਜੀਬੋ ਗਰੀਬ ਸੀ। ਸਰਦਾਰ ਹਮੀਰ ਸਿੰਘ ਜੀ, ਮੈਨੂੰ ਜ਼ਰੂਰ ਇਹ ਦੱਸੋ, ਮੈਂ ਸਮਝਣਾ ਚਾਹੁੰਦਾ ਤੁਹਾਡੇ ਕੋਲ। ਮੈਂ ਜਦੋਂ ਇਹ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵਾਲਾ ਮਾਮਲਾ ਹਾਈ ਕੋਰਟ ਦੇ ਵਿੱਚ ਆਇਆ ਸੀ 2 ਦਿਨ ਪਹਿਲਾਂ,
ਜਿੱਥੇ ਉਹਨਾਂ ਨੇ ਇਹਨੂੰ ਅੱਜ ਲਈ ਸੁਣਵਾਈ ਤੇ ਪਾਤਾ, ਜਿੱਥੋਂ ਹਾਈ ਕੋਰਟ 'ਚ ਉਹਨਾਂ ਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਜ਼ਮਾਨਤ ਮਿਲ ਗਈ ਆ। ਉਹਦੇ ਵਿੱਚ ਉਹਨਾਂ ਦੇ ਵਕੀਲ ਨੇ ਇਹ ਜ਼ੋਰ ਦੇ ਕੇ ਗੱਲ ਕਹੀ ਸੀਗੀ ਬਈ ਕਿੱਕੀ ਢਿੱਲੋਂ ਦੀ ਜਿਹੜੀ ਆਮਦਨ ਹੈ ਉਹਦੇ ਵਿੱਚ ਉਹਨਾਂ ਦੀ ਪਤਨੀ ਦੀ ਆਮਦਨ ਵੀ ਸ਼ਾਮਲ ਕੀਤੀ ਹੈ, ਜਿਹੜੀ ਉਹਨਾਂ ਨੂੰ ਬੁਟੀਕ ਤੋਂ ਆਮਦਨ ਆਉਂਦੀ ਹੈ ਉਹਨੂੰ ਵੀ ਵਿੱਚ ਹੀ ਸ਼ਾਮਲ ਕਰ ਲਿਆ ਗਿਆ। ਤੇ ਇਹਨਾਂ ਦੀ ਤਾਂ ਪਹਿਲਾਂ ਹੀ ਆਮਦਨ ਦਾ ਵੇਰਵਾ ਜਨਤਕ ਆ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ 250 ਗੁਣਾ ਕਿ 242 ਗੁਣਾ ਜ਼ਿਆਦਾ ਹੈ, ਇਹ ਸਭ ਫालतू ਆ। ਉਹਨਾਂ ਨੇ ਇਹ ਵੀ ਲਿਆਂਦਾ ਸੀਗਾ ਵੀ ਇਹ ਵਿਜੀਲੈਂਸ ਐਕਟ ਤਹਿਤ ਸਰਕਾਰੀ ਮੁਲਾਜ਼ਮਾਂ ਤੇ ਕਾਰਵਾਈ ਹੋ ਸਕਦੀ ਹੈ, ਅਫਸਰਾਂ ਵਿਰੋਧੀ ਹੋ ਸਕਦੀ ਆ, ਤੇ ਇਹਨਾਂ ਦੇ ਖਿਲਾਫ ਤਾਂ ਲੋਕ ਪ੍ਰਤੀਨਿਧ ਵਿਰੁੱਧ ਤਾਂ ਇਹ ਬਣਦਾ ਹੀ ਨਹੀਂ ਮਾਮਲਾ। ਤੇ ਉਹਨਾਂ ਨੇ ਨਾਲ ਹੀ ਇਹ ਕਿਹਾ ਸੀਗਾ ਵੀ ਇਹ ਮਾਮਲਾ ਜਿਹੜਾ ਇਹ ਅਪਰਾਧਿਕ ਮਾਮਲਾ ਤੇ ਬਣ ਹੀ ਨਹੀਂ ਸਕਦਾ, ਇਹ ਤੇ ਸਿਵਲ ਦਾ ਮਾਮਲਾ ਜੇ ਬਣਦਾ ਵੀ ਹੋਵੇ। ਤੇ ਜਿਹੜਾ ਇਹ ਵਿਜੀਲੈਂਸ ਨੇ ਕੇਸ ਦਰਜ ਕੀਤਾ, ਇਹ ਕੇਸ ਹੀ ਗਲਤ ਦਰਜ ਕੀਤਾ। ਮੈਂ ਹੁਣੇ ਵੇਰਵੇ ਤੇ ਪੜ੍ਹ ਰਿਹਾ। ਹਾਲਾਂਕਿ ਵਿਧਾਨ ਸਭਾ ਵੱਲੋਂ ਵੀ ਪ੍ਰੋਸੀਕਿਊਸ਼ਨ ਦੀ ਜਿਹੜੀ ਸੈਂਕਸ਼ਨ ਕਿੱਕੀ ਢਿੱਲੋਂ ਦੇ ਮਾਮਲੇ 'ਚ ਪਹੁੰਚ ਚੁੱਕੀ ਸੀ, ਸੋ ਉਹਨਾਂ ਨੂੰ ਹੁਣ ਜ਼ਮਾਨਤ ਮਿਲ ਗਈ ਆ। ਮੈਨੂੰ ਲੱਗਦਾ ਅਗਲੇ ਦਿਨਾਂ 'ਚ ਇਹ ਬਹਿਸ ਵੀ ਵੱਡੀ ਹੋਊਗੀ ਕਿ ਕੀ ਜਿਹੜੇ ਐਮਐਲਏ ਨੇ ਉਹਨਾਂ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਬਣਦੇ ਵੀ ਹੈ ਕਿ ਨਹੀਂ। ਜੇ ਕਿਸੇ ਨੇ ਕੋਈ ਸਰਕਾਰੀ ਅਹੁਦਾ ਗ੍ਰਹਿਣ ਕੀਤਾ, ਮਤਲਬ ਹੁਣ ਤੁਸੀਂ ਐਮਐਲਏ ਨੂੰ ਸਰਕਾਰੀ ਅਹੁਦੇ ਵਜੋਂ ਮੰਨੋਗੇ ਕਿ ਉਸ ਪੀਰੀਅਡ ਦੇ ਦੌਰਾਨ ਜਿਹੜਾ ਕੁਝ ਵੀ ਉਹਦਾ ਜਾਂ ਤੇ ਕੋਈ ਘਪਲਾ ਹੋਵੇ, ਮੰਨ ਲਓ ਵੀ ਕਿਸੇ ਘਪਲੇ ਦੇ ਵਿੱਚ ਕਿਸੇ ਐਮਐਲਏ ਜਾਂ ਕਿਸੇ ਦਾ ਨਾਂ ਆ ਰਿਹਾ, ਤੇ ਫਿਰ ਅੱਗੇ ਗੱਲ ਤੁਰਦੀ। ਅਸੀਂ ਪਹਿਲਾਂ ਵੀ ਇਹਨਾਂ ਚੀਜ਼ਾਂ ਤੇ ਗੱਲ ਕਰ ਚੁੱਕੇ ਹਾਂ। ਪਰ ਹੁਣ ਜਦੋਂ ਜ਼ਮਾਨਤ ਮਿਲ ਗਈ, ਜ਼ਮਾਨਤ ਤਾਂ ਸ਼ਾਇਦ ਇਸ ਕਰਕੇ ਵੀ ਮਿਲ ਗਈ ਹੋਊਗੀ ਕਿ ਪਹਿਲਾਂ ਇੱਕ ਚਾਰਜਸ਼ੀਟ ਦਾਖਲ ਹੋ ਗਈ, ਸਪਲੀਮੈਂਟਰੀ ਚਾਰਜਸ਼ੀਟ ਵੀ ਦਾਖਲ ਹੋ ਗਈ। ਬੁਨਿਆਦੀ ਤੌਰ ਤੇ ਇਨਵੈਸਟੀਗੇਸ਼ਨ ਉਸ ਦੌਰ 'ਚ ਹੀ ਮੰਨੀ ਜਾਂਦੀ ਹੈ ਜਦੋਂ ਚਾਰਜਸ਼ੀਟ ਦਾਖਲ ਨਹੀਂ ਹੋਈ ਹੁੰਦੀ, ਤੇ ਜਦੋਂ ਸਾਰੇ ਤੱਥ ਪ੍ਰਸਤੁਤ ਕਰਤੇ, ਪੇਸ਼ ਕਰਤੇ, ਇਸ ਤੋਂ ਬਾਅਦ ਜ਼ਮਾਨਤ ਤਾਂ ਸੌਖਿਆ ਮਿਲ ਜਾਂਦੀ ਹੈ। ਇਹਨੂੰ ਐਵੇਂ ਹੀ ਮੰਨੀਏ ਜਾਂ ਇਹਦਾ ਕੋਈ ਹੋਰ ਵੀ ਪਹਿਲੂ ਹੈ ਜੀ? ਨਹੀਂ, ਬਿਲਕੁਲ ਇਹ ਗੱਲ ਠੀਕ ਹੈ ਕਿ ਬਾਕੀ ਤਾਂ ਕੋਰਟ ਨੇ ਦੇਖਣਾ, ਕੋਰਟ 'ਚ ਲਾ ਪੁਆਇੰਟ ਤੇ ਉਹ ਬਣਦਾ ਨਹੀਂ ਬਣਦਾ ਮੁਕੱਦਮਾ ਜਾਂ ਬਾਕੀ ਦੀਆਂ ਚੀਜ਼ਾਂ ਨੇ। ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਇੱਕ ਵਾਰ ਜ਼ਮਾਨਤ ਕਰਾਈਏ ਤੇ ਬਾਅਦ 'ਚ ਦੇਖਾਂਗੇ ਜੋ ਵੀ ਗੱਲਾਂ ਬਾਤਾਂ ਹੋਣਗੀਆਂ। ਪਰ ਇਹ ਜ਼ਰੂਰ ਹੈ ਕਿ ਜਿਹੜੇ ਅਹੁਦੇ ਨੇ, ਵੱਖ-ਵੱਖ ਟਾਈਪ ਦੇ ਅਹੁਦੇ ਨੇ, ਇਹਦੇ 'ਚ ਰੌਲੇ ਵੀ ਪੈਂਦੇ ਰਹੇ ਕਿ ਕੀ ਇਹ ਲਾਭ ਦਾ ਅਹੁਦਾ ਹੈ ਸਰਕਾਰੀ, ਮਤਲਬ ਉਹਦੇ 'ਚੋਂ ਖਜ਼ਾਨੇ 'ਚੋਂ ਪੈਸੇ ਲੈਣ ਦਾ, ਜਾਂ ਇਹ ਲਾਭ ਦਾ ਅਹੁਦਾ ਨਹੀਂ ਹੈ। ਇਹ ਵੱਡੇ ਪੱਧਰ ਤੇ ਵੀ ਇਸ਼ੂ ਚੱਲੇ ਸੀ। ਜਦੋਂ ਸੋਨੀਆ ਗਾਂਧੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਦੀ ਚੇਅਰਪਰਸਨ ਰਹੀ ਸੀ, ਉਦੋਂ ਇਹ ਮਾਮਲਾ ਚੱਲਿਆ। ਜਦੋਂ ਜਿਹੜੇ ਸਾਡੇ ਪਾਰਲੀਮਾਨੀ ਸਕੱਤਰ ਤੇ ਚੀਫ ਪਾਰਲੀਮਾਨੀ ਸਕੱਤਰ ਲਾਉਣ ਦੇ ਸਵਾਲ ਆਏ, ਪੰਜਾਬ ਨੇ ਵੀ ਲਾਏ, ਹਿਮਾਚਲ ਨੇ ਵੀ ਲਾਏ ਤੇ ਬਾਕੀ ਨੇ ਸਭ ਨੇ ਲਾਏ, ਤੇ ਉਹ ਸਾਰਿਆਂ 'ਚ ਚੱਲਿਆ। ਤੇ ਉਹ ਉਸ ਐਂਗਲ ਦਾ ਸੀ ਕਿ ਸਰਕਾਰੀ ਫਿਰ ਉਹ ਕੰਮ ਦੇਖ ਸਕਣਗੇ ਕਿ ਨਹੀਂ ਦੇਖ ਸਕਣਗੇ, ਜਦ ਉਹਨਾਂ ਦੇ ਕੋਲ ਕੋਈ ਗੱਲ ਹੀ ਨਹੀਂ ਆ ਉਸ ਪੱਧਰ ਦੇ ਉੱਤੇ। ਇਸ ਲਈ ਉਹ ਪਾਰਲੀਮੈਂਟਰੀ ਸਕੱਤਰਾਂ ਕੋਲ ਵੀ ਕੋਈ ਫਾਈਲ ਨਹੀਂ ਜਾ ਸਕੇਗੀ। ਇਹ ਡਿਸਾਈਡ ਹੋ ਗਿਆ ਸੀਗਾ ਕਿ ਵੀ ਤੁਸੀਂ ਚੋਰ ਮੋਰੀ ਇੱਧਰ ਉੱਧਰ ਹੀ ਗੱਲ ਕੀਤੀ ਹੈ। ਔਰ ਸੋਨੀਆ ਗਾਂਧੀ ਨੇ ਰਿਜ਼ਾਈਨ ਕੀਤਾ ਸੀ ਇਸ ਗੱਲ ਕਰਕੇ ਕਿ ਇੱਕ ਐਮਪੀ ਲਾਭਦਾਇਕ ਗਵਰਨਮੈਂਟ ਦੇ ਕਿਸੇ ਅਹੁਦੇ ਤੇ ਨਹੀਂ ਰਹਿ ਸਕਦਾ ਉਸ ਪੱਧਰ ਦੇ ਉੱਤੇ ਜਿੰਨਾ ਚਿਰ ਉਹ ਡਿਸਾਈਡ ਕਿਸੇ ਲੈਵਲ ਤੇ ਨਹੀਂ। ਮੰਤਰੀ ਬਣਨਾ ਤੇ ਅਲੱਗ ਮੰਤਰੀ ਬਣ ਗਿਆ, ਬਾਕੀ ਕੋਈ ਇਹੋ ਜਿਹਾ ਉਹਦਾ ਕ੍ਰੀਏਟ ਕਰਕੇ ਤੁਸੀਂ ਇਹ ਕਰਦੇ ਹੋ ਤਾਂ ਉਹ ਨਹੀਂ ਚੱਲਦਾ ਉਸ ਮਾਮਲੇ ਦੇ ਉੱਤੇ। ਔਰ ਇਸੇ ਕਰਕੇ ਇਹ ਗੱਲ ਜ਼ਰੂਰ ਹੈ, ਅਜੇ ਇਹ ਵਿਚਾਰਨ ਵਾਲੀ ਗੱਲ ਹੈ ਕਿ ਕੀ ਐਮਐਲਏ ਜਿੰਨੀ ਜਾਇਦਾਦ ਕੋਈ ਬਣਾਉਂਦਾ ਹੈ, ਉਹ ਐਮਐਲਏ ਰਿਹਾ ਹੋਵੇ, ਕਿਤੇ ਕੋਈ ਚੇਅਰਮੈਨ ਰਿਹਾ, ਕਿਤੇ ਕੋਈ ਹੋਰ ਰਿਹਾ, ਵੱਖ-ਵੱਖ ਮਾਮਲਿਆਂ ਦਾ, ਫਿਰ ਤਾਂ ਉਹ ਆਉਂਦਾ ਉਸੇ ਦਾਇਰੇ ਦੇ ਵਿੱਚ, ਐਗਜ਼ੈਕਟਿਵ ਦੇ ਮਾਮਲਿਆਂ ਦੇ ਵਿੱਚ, ਜਿੱਥੇ ਪਾਵਰ ਹੈ ਉਹਦੇ ਕੋਲ ਪਾਵਰ ਦੇ ਬਾਕੀ ਮੁੱਦਿਆਂ ਤੇ, ਨਹੀਂ ਤਾਂ ਉਹ ਆਉਂਦਾ ਉਸ ਮਾਮਲੇ ਦੇ ਵਿੱਚ ਫਿਰ ਕੇ ਜਿਹੜਾ ਬਾਕੀ ਦਾ ਜੇਕਰ ਇਸ਼ੂ ਜੋ ਵੀ ਆਉਂਦਾ ਵਿਧਾਨ ਸਭਾ ਦੇ ਵਿੱਚੋਂ ਕਿੰਨੀ ਤਨਖਾਹ ਮਿਲਦੀ ਸੀ, ਕਿੰਨੀ ਨਹੀਂ ਮਿਲਦੀ ਸੀ, ਤਾਂ ਹੋਰ ਕੇਸ ਹੋਣਗੇ ਜਿਹੜੇ 'ਚ ਕੋਈ ਆ ਸਕਦਾ, ਕੋਈ ਟੈਕਸ ਚੋਰੀ ਦੇ ਕੇਸ 'ਚ ਆ ਸਕਦਾ, ਉਹਦੇ ਕੋਲ ਇੰਨੀ ਜ਼ਿਆਦਾ ਸੀ, ਕਿੰਨਾ ਕੀਤਾ ਇਨਕਮ ਟੈਕਸ ਦੇ ਮਾਮਲੇ 'ਚ, ਬਾਕੀ ਦੇ ਮਾਮਲਿਆਂ ਦੇ ਵਿੱਚ ਤਾਂ ਲੋਕ ਆਉਂਦੇ ਨੇ ਜਿਹੜੇ ਬਾਕੀ ਦੀ ਪ੍ਰਾਪਰਟੀ ਵੀ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਇਹ ਕੇਸ ਉਸ 'ਚ ਡਿਸਾਈਡ ਹੁੰਦਾ ਜਾਂ ਤਾਂ ਪੁਰਾਣੇ ਐਮਐਲਏ ਉਹਨਾਂ ਕੋਲ ਜਾਂਦੇ ਨੇ ਜਿਹੜੇ ਮੰਤਰੀ ਰਹੇ ਨੇ, ਜਿਹੜੇ ਕਿਸੇ ਨਾ ਕਿਸੇ ਰੂਪ 'ਚ ਮੰਤਰੀ ਰਹੇ ਜਾਂ ਸਰਕਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਨਖਾਹ ਜਾਂ ਭੱਤੇ ਲੈਂਦੇ ਰਹੇ ਨੇ ਸਰਕਾਰੀ ਖਜ਼ਾਨੇ 'ਚੋਂ। ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇੱਕ ਕੇਸ ਉਸ ਲੈਵਲ ਦਾ ਬਣੂਗਾ ਕਿ ਵਾਕਈ ਸਾਧਨ ਤੋਂ ਜ਼ਿਆਦਾ ਪ੍ਰਾਪਰਟੀ ਇਹ ਕਿਸੇ ਪ੍ਰਾਈਵੇਟ ਮਾਮਲੇ ਦੇ ਵਿੱਚ ਵੀ ਗਿਣੀ ਜਾ ਸਕੂਗੀ ਅੱਗੇ ਨੂੰ, ਜਾਂ ਕੇਵਲ ਐਮਐਲਏ ਜਿਹੜੇ ਕੇਵਲ ਜਨਤਕ ਰੀਜ਼ਨ ਨੇ ਉਸ ਲੈਵਲ ਦੇ ਅਹੁਦੇ ਤੇ ਨੇ, ਸਰਕਾਰੀ ਖਜ਼ਾਨੇ 'ਚੋਂ ਉਸ ਤਰ੍ਹਾਂ ਪੈਸੇ ਉਹਨੂੰ ਨਹੀਂ ਮਿਲਦੇ, ਕਮਰਸ਼ਲੀ ਵਿਧਾਨ ਸਭਾ ਦੇ ਰਾਹੀਂ ਉਹ ਆਉਂਦੇ ਨੇ, ਆਪਣੀ ਡਿਊਟੀ ਨਿਭਾਉਂਦੇ ਨੇ, ਉਹ ਵੀ ਇਸ ਪੁਆਇੰਟ ਦੇ ਵਿੱਚ ਸ਼ਾਮਲ ਹੋ ਸਕਣਗੇ ਜਾਂ ਨਹੀਂ। ਇਹ ਗੱਲਾਂ ਮੇਰੇ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਟ ਦੇ ਵਿੱਚ ਵੀ ਇੰਟਰਸਟਿੰਗ ਬਹਿਸ ਦਾ ਹਿੱਸਾ ਹੋ ਸਕਦੀਆਂ ਨੇ ਜੀ। ਸਰਦਾਰ ਜਗਤਾਰ ਸਿੰਘ ਜੀ, ਗਿਆਨੀ ਰਘਬੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਬੜਾ ਚਿਰ ਅਸੀਂ ਕਾਰਜਕਾਰੀ ਜਥੇਦਾਰ ਸਾਹਿਬ ਕਹਿੰਦੇ ਆ, ਹੁਣ ਉਹ ਥੋੜਾ ਜਿਹਾ ਵੀ ਭੁਲੇਖਾ ਪੈ ਜਾਂਦਾ। ਇਹ ਪੂਰੇ ਸੋਰੇ ਜਥੇਦਾਰ ਹੈ ਗਿਆਨੀ ਰਘਬੀਰ ਸਿੰਘ। ਉਹਨਾਂ ਨੇ ਤਰਨਮਨਜੀਤ ਸਿੰਘ ਢੇਸੀ ਉਹਨਾਂ ਨੂੰ ਰੋਕੇ ਜਾਣ ਦਾ ਮਾਮਲਾ, ਔਰ ਖਾਲਸਾ ਏਡ ਦੇ ਉੱਤੇ ਜਿਹੜੀ NIA ਦੀ ਰੇਡ ਸੀ
ਉਹਦੇ ਸੰਬੰਧੀ ਉਹਦੇ ਉੱਤੇ ਉਹ ਕੁਝ ਕਹਿ ਰਹੇ ਆ। ਤੁਸੀਂ ਜ਼ਰੂਰ ਇਹ ਜ਼ਿਕਰ ਜ਼ਰੂਰ ਕਰ ਦਿਓ ਜੀ ਨਾਲ। ਮੈਂ ਨਾਲ ਪਹਿਲਾਂ ਦੋ ਲਫ਼ਜ਼ ਕਰਪਸ਼ਨ ਵਾਲੇ ਮਾਮਲੇ ਤੇ ਜ਼ਰੂਰ ਕਹੂੰਗਾ। ਅਸੀਂ ਰੌਲਾ ਤਾਂ ਬੜੇ ਸਾਲਾਂ ਤੋਂ ਪੈਂਦਾ ਆ ਰਿਹਾ ਵੀ ਕਰਪਸ਼ਨ ਜੀ, ਕਰਪਸ਼ਨ ਜੀ, ਕਰਪਸ਼ਨ ਜੀ, ਐਕਸ਼ਨ ਲੈਣਾ ਜੀ। ਕਰਪਸ਼ਨ ਸਿਸਟਮ ਦੇ ਵਿੱਚੋਂ ਨਿਕਲਦੀ ਹੈ। ਸਿਸਟਮ ਦੀ ਇੰਪਰੂਵਮੈਂਟ ਸਾਡੇ ਕਿੰਨੇ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਜੇ ਸਿਸਟਮ ਉਹੀ ਚਲਾਉਣਾ ਹੈ ਤੇ ਫਿਰ ਕਰਪਸ਼ਨ ਤਾਂ ਉਸ ਤਰ੍ਹਾਂ ਹੀ ਚੱਲੇਗੀ। ਐਗਜ਼ਾਮਪਲ, ਐਡਮਿਨਿਸਟ੍ਰੇਟਿਵ ਰਿਫਾਰਮਸ ਪੰਜਾਬ ਸਰਕਾਰ ਨੇ ਵੀ ਸ਼ੁਰੂ ਕੀਤੇ, ਕੇਂਦਰ ਨੇ ਵੀ ਸ਼ੁਰੂ ਕੀਤੇ, ਗ੍ਰਾਸ ਰੂਟ ਤੇ ਲੋਕਾਂ ਨੂੰ ਰਿਲੀਫ ਹੋਇਆ। ਲੇਕਿਨ ਟਾਪ ਲੈਵਲ ਤੇ ਮੈਂ ਜਿਹੜੀ ਐਗਜ਼ਾਮਪਲ ਦੇਣ ਲੱਗਿਆ ਸੀਗਾ, ਜਦੋਂ ਸਰਕਾਰਾਂ ਬਣਦੀਆਂ ਇਲੈਕਸ਼ਨ ਤੋਂ ਬਾਅਦ, ਹਰ ਮਿਨਿਸਟਰ ਇਹ ਕੋਸ਼ਿਸ਼ ਕਿਉਂ ਕਰਦਾ ਹੈ ਕਿ ਉਹਨੂੰ ਮਹਿਕਮਾ ਪੈਸੇ ਵਾਲਾ ਮਿਲੇ, ਮਲਾਈ ਵਾਲਾ। ਨਹੀਂ ਤਾਂ ਮਿਨਿਸਟਰੀਆਂ ਤਾਂ ਸਾਰੀਆਂ ਬਰਾਬਰ ਹੋਣੀਆਂ ਚਾਹੀਦੀਆਂ। ਸੇਵਾ ਹੀ ਕਰਨੀ ਹੈ ਤੇ ਮਿਨਿਸਟਰੀ ਕੋਈ ਹੋਵੇ, ਉੱਥੇ ਜ਼ੋਰ ਲੱਗ ਜਾਂਦਾ ਹੈ। ਇਹ ਕਰਪਸ਼ਨ ਦਾ ਪਾਰਟ ਨਹੀਂ ਹੈ। ਅਨਸੈਡ ਸਰਕਾਰੀ ਅਫਸਰ, IAS ਅਫਸਰ ਪੂਰਾ ਜ਼ੋਰ ਲਾ ਲੈਂਦੇ ਹੈ ਕਿ ਉਹਨਾਂ ਨੂੰ ਜਿਹੜੀ ਪੋਸਟਿੰਗ ਹੈ ਜਿਹੜੀ ਉਹ ਇੰਪੋਰਟੈਂਟ ਮਹਿਕਮਿਆਂ ਦੇ ਵਿੱਚ ਹੋਵੇ। ਕਿਉਂ? ਇਹ ਜੜ ਕਰਪਸ਼ਨ ਦੀ ਇਸ ਸਿਸਟਮ ਦੇ ਵਿੱਚ ਹੈਗੀ ਹੈ। ਤਾਂ ਉਹ ਜਿਹੜਾ ਸਿਸਟਮ ਹੈ ਉਹਨੂੰ ਇੰਪਰੂਵ ਕਰਨ ਦੀ ਲੋੜ ਹੈ। ਹੁਣ ਮੈਂ ਜਥੇਦਾਰ ਰਘਵੀਰ ਸਿੰਘ ਦੀ ਗੱਲ ਕਰਦਾ। 10AC ਨੂੰ ਡਿਟੇਲ ਕਰਨਾ 2 ਘੰਟੇ ਵਾਸਤੇ, ਮੈਂ ਟਵੀਟ ਉਹਨਾਂ ਦਾ ਦੇਖਿਆ ਬਾਅਦ ਦੇ ਵਿੱਚ। ਉਹ ਨੋਨ ਹੈ ਕਿ ਜਿਹੜੇ ਪੰਜਾਬ ਦੇ ਇਸ਼ੂਜ਼ ਆ ਉਹ ਟੇਕ ਅਪ ਕਰਦੇ ਆ ਇੰਗਲੈਂਡ ਦੇ ਵਿੱਚ, ਕੁਝ ਹੋਰ MPs ਵੀ ਹੈ, ਕੈਨੇਡਾ ਦੇ ਵਿੱਚ ਵੀ ਹੈ। ਜਿਹੜੇ ਇਸ਼ੂ ਉਹ ਟੇਕ ਅਪ ਕਰਦੇ ਹੈ, ਇੰਡੀਅਨ ਸਟੇਟ ਨੂੰ ਡਾਈਜੈਸਟ ਨਹੀਂ ਹੁੰਦਾ। ਸਿੱਖ ਇਸ਼ੂਜ਼ ਖਾਸ ਕਰਕੇ ਜਿਹੜੇ ਇੱਥੇ ਉਸ ਢੰਗ ਨਾਲ ਟੇਕ ਅਪ ਨਹੀਂ ਹੋ ਸਕਦੇ, ਉਹ ਕਈ ਵਾਰੀ ਬਾਹਰੋਂ ਟੇਕ ਅਪ ਹੋ ਜਾਂਦੇ ਆ। ਇਹ ਆਪਣੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਛੋਟੇ ਲੋਕ ਟੇਕ ਅਪ ਕਰਦੇ। ਮਤਲਬ 84 ਦਾ ਜਿਹੜਾ ਮਸਲਾ ਹੈ ਸਿੱਖਾਂ ਦਾ ਕਤਲੇਆਮ ਦਾ, ਉਹ ਲਗਾਤਾਰ ਬਾਅਦ ਦੇ ਲੈਜਿਸਲੇਚਰ ਦੇ ਵਿੱਚ ਟੇਕ ਅਪ ਹੁੰਦਾ ਤੇ ਇਹ ਲੋਕ ਕਰਦੇ ਆ। ਸੋ ਇਹਨਾਂ ਨੂੰ 2 ਘੰਟੇ ਡਿਟੇਨ ਕਰਨਾ ਇੱਕ MP ਨੂੰ ਆਪਣੇ ਆਪ ਦੇ ਵਿੱਚ ਇਹ ਗਲਤ ਹੈ। ਸੋ ਉਸ ਬੈਕਗਰਾਊਂਡ ਦੇ ਵਿੱਚ ਜਦੋਂ ਜਥੇਦਾਰ ਅਕਾਲ ਤਖਤ ਇਹ ਤੇ ਰਿਐਕਟ ਕਰਦੇ ਹੈ, ਮੇਰਾ ਖਿਆਲ ਹੈ ਇਹਨਾਂ ਨੂੰ ਸਟਰੋਂਗਲੀ ਰਿਐਕਟ ਕਰਨਾ ਚਾਹੀਦਾ ਹੈ। ਰਾਦਰ ਇਹ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਸੀ, ਹਰਸਿਮਰਤ ਕੌਰ ਬਾਦਲ ਨੇ ਕੱਲ ਲੋਕ ਸਭਾ ਦੇ ਵਿੱਚ ਇੱਕ ਕਰਪਸ਼ਨ ਦਾ ਇਸ਼ੂ ਟੇਕ ਅਪ ਕੀਤਾ, ਇਹਨਾਂ ਨੂੰ ਲੋਕ ਸਭਾ ਦੇ ਵਿੱਚ ਇਹੋ ਜਿਹੇ ਇਸ਼ੂ ਟੇਕ ਅਪ ਕਰਨੇ ਚਾਹੀਦੇ ਆ। ਗੱਲ ਸਿਰਫ ਜਥੇਦਾਰ ਅਕਾਲ ਤਖਤ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਇਹ ਲੜਾਈ ਅਕਾਲੀ ਦਲ ਪਹਿਲਾਂ ਲੜਦਾ ਰਿਹਾ ਤੇ ਇਹ ਲੜਾਈ ਇਹ ਛੱਡ ਗਏ ਸੀਗੇ। ਇਹਨਾਂ ਨੂੰ ਸਿੱਖ ਇਸ਼ੂ ਮੁੜ ਕੇ ਫੋਰਸਫੁਲੀ ਪਾਰਲੀਮੈਂਟ ਦੇ ਵਿੱਚ ਟੇਕ ਅਪ ਕਰਨੇ ਚਾਹੀਦੇ ਆ। ਤੇ ਜੋ ਜਥੇਦਾਰ ਅਕਾਲ ਤਖਤ ਨੇ ਕੀਤਾ, ਮੇਰੇ ਖਿਆਲ ਬਿਲਕੁਲ ਠੀਕ ਰਿਐਕਟ ਕੀਤਾ ਜੀ। ਸਰਦਾਰ ਹਰਮੀਤ ਸਿੰਘ ਜੀ, ਜਿਹੜਾ ਇਹ ਮਾਮਲਾ ਹੈ ਕਿ ਵਿਧਾਨ ਸਭਾ ਦੇ ਸਪੀਕਰ ਮੁੱਖ ਮੰਤਰੀ ਨੂੰ ਕਹਿ ਰਹੇ ਨੇ ਕਿ MLAs ਨੂੰ ਮਾਣ ਸਤਿਕਾਰ ਦੇਣ ਲਈ ਹਦਾਇਤਾਂ ਜਾਰੀ ਕਰੋ, ਅਫਸਰ ਪ੍ਰੋਟੋਕਾਲ ਦੀ ਉਲੰਘਣਾ ਕਰਦੇ ਆ, ਔਰ ਖਾਸ ਤੌਰ ਤੇ ਇਹ ਸ਼ੋਰ ਹੈ, ਇਹ ਥੱਲੇ ਦੇ ਪੱਧਰ ਤੇ ਸ਼ੋਰ ਹੈ ਕਿ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਪ੍ਰਤੀਨਿਧ, ਖਾਸ ਤੌਰ ਤੇ MLAs ਦੀ ਜੇ ਸੁਣਵਾਈ ਨਹੀਂ, ਵਰਕਰ ਦੀ ਕੀ ਹੋਊਗੀ, ਅੱਗੇ ਇਲੈਕਸ਼ਨਾਂ ਲੜਨੀਆਂ, ਇਹ ਤਾਂ ਹੈਗੇ ਥੱਲੇ ਦੇ। ਪਰ ਬੁਨਿਆਦੀ ਤੌਰ ਤੇ ਇੱਕ ਚੁਣੇ ਹੋਏ ਪ੍ਰਤੀਨਿਧ ਨੂੰ, ਅਸੈਂਬਲੀ ਮੈਂਬਰ ਨੂੰ, ਕੀ ਪ੍ਰੋਟੋਕੋਲ ਅਨੁਸਾਰ ਮਾਣ ਸਨਮਾਨ ਕਿੰਨਾ ਕੁ ਮਿਲਣਾ ਚਾਹੀਦਾ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਹ ਮਾਪਦੰਡ ਕਦੇ ਜਨਤਕ ਹੋਏ ਨਹੀਂ। ਪਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ MLA ਦੀ ਨਾ ਸੁਣੀ ਜਾਵੇ, ਉਹ ਵੀ ਸੱਤਾਧਾਰੀਆਂ ਦੀ, ਇਹ ਕਿਸੇ ਦੀ ਜ਼ਰੂਰਤ ਹੀ ਨਹੀਂ। MLA ਹੀ ਤਾਂ ਲਵਾਉਂਦੇ ਨੇ ਅਫਸਰ, ਇਹ ਮੰਨਿਆ ਜਾਂਦਾ ਸੀ। ਪਰ ਇੱਥੇ ਕੋਈ ਮੈਨੂੰ ਲੱਗਦਾ ਕੁਝ ਵਰਤਾਰੇ ਹੋਰ ਨੇ। ਇੱਥੇ ਟ੍ਰੈਡੀਸ਼ਨ ਨਹੀਂ ਹੈ ਕਿ MLA ਰਲ ਕੇ DC ਲਵਾਉਣ, SSP ਲਵਾਉਣ। ਸੋ ਸੰਧਵਾ ਸਾਹਿਬ ਨੇ ਜਿਹੜਾ ਇਹ ਚਿੱਠੀ ਲਿਖੀ ਆ ਮੁੱਖ ਮੰਤਰੀ ਨੂੰ, ਇਹਦੇ ਕਾਫੀ ਮਾਅਨੇ ਨੇ। ਤੁਸੀਂ ਕਿਵੇਂ ਇਹਨੂੰ ਸਮਝ ਰਹੇ ਹੋ? ਤੁਹਾਡੀ ਗੱਲ ਵੀ ਹੋਈ ਸਪੀਕਰ ਸਾਹਿਬ ਨਾਲ, ਇਹ ਮਾਮਲਾ ਦਰਅਸਲ ਕਿਉਂ ਇਸ ਤਰ੍ਹਾਂ ਬਣਦਾ? ਅਸਲ ਦੇ ਵਿੱਚ ਇਹ ਹੈ ਕਿ ਮੈਨੂੰ ਲੱਗਦਾ ਕਿ ਇੱਕ ਤਾਂ ਗੱਲ ਇਹੀ ਵੀ ਹੈ ਕਿ MLA ਜਿਹਨੂੰ ਵੀ ਟ੍ਰੇਨਿੰਗ ਦਾ ਕੁਐਸਚਨ ਹੈ, ਇੱਕ ਜਿਹੜਾ ਲਗਾਤਾਰ ਪ੍ਰੋਟੋਕਾਲ ਦੇ ਚਿੱਠੀ ਪੱਤਰ ਨਿਕਲਦਾ ਰਹਿੰਦਾ ਹੈ, ਉਹਦੀ ਵੀ ਜਾਣਕਾਰੀ ਦੋਨੇ ਪਾਸੇ ਦੀ ਪ੍ਰੋਬਲਮ ਹੈਗੀ ਹੈ, ਅਫਸਰਾਂ ਵਾਲੇ ਪਾਸੇ ਵੀ ਔਰ ਇਹਨਾਂ ਵਾਲੇ ਪਾਸੇ ਵੀ। ਕਈ ਵਾਰ ਤਾਂ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ MLA, ਜਿਵੇਂ ਰੋਪੜ ਵਾਲੇ MLA ਦਾ ਵੀ ਪਿਛਲੇ ਝਗੜਾ ਪਿਆ ਰਿਹਾ, ਜਲੰਧਰ ਦੇ ਵਿੱਚ ਵੀ ਝਗੜਾ ਪਿਆ, ਲੁਧਿਆਣੇ ਦੇ ਵਿੱਚ ਵੀ ਝਗੜਾ ਪਿਆ। ਬੜੀ ਵਾਰ ਪੈਂਦਾ ਕਿ ਉਹ ਜਾਂਦੇ ਨੇ, ਸ਼ੂਟ ਵੱਟਦੇ ਨੇ, ਤੇ ਜਿਵੇਂ ED ਦੀ ਰੇਡ ਹੁੰਦੀ ਹੈ ਤੇ ਜਿਵੇਂ CBI ਦੀ ਹੁੰਦੀ ਹੈ, ਕਈ ਵਾਰ ਉਵੇਂ ਵੀ ਕਰਦੇ ਨੇ ਜਾ ਕੇ ਨਾ MLA ਵੀ ਕਦੇ ਕਦੇ ਐਵੇਂ ਕਰਦੇ ਨੇ, ਔਰ ਜਿਹਦੇ ਨਾਲ ਫਿਰ ਹੋਰ ਟਾਈਪ ਦੀ ਨਾਰਾਜ਼ਗੀ ਹੁੰਦੀ ਹੈ ਵੀ ਤੁਹਾਡਾ ਇਹ ਨਹੀਂ ਹੈ ਪ੍ਰੋਟੋਕਾਲ। ਉਸ ਤੋਂ ਬਾਅਦ ਅਲੱਗ ਟਾਈਪ ਦੀ ਗੱਲ ਹੈ ਕਿ ਤੁਸੀਂ ਇਹ ਕਰਨਾ ਜਾਂ ਨਹੀਂ ਹੈ। ਔਰ
ਦੂਜੀ ਭਾਸ਼ਾ ਦੀ ਵੀ ਗੱਲ ਹੁੰਦੀ ਹੈ। ਜਿਸ ਢੰਗ ਨਾਲ 4 ਬੰਦੇ ਨਾਲ ਵੀਡੀਓਗ੍ਰਾਫਰ ਲਿਜਾ ਰੱਖੇ, ਤੁਸੀਂ ਗੱਲ ਕਰਦੇ ਵੀ ਕੌਣ ਹੈ, ਵੀ ਇੱਥੇ ਬੰਦੇ ਕਿਵੇਂ ਬੈਠੇ ਨੇ, ਇੱਥੇ ਪਾਣੀ ਪੂਣੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ, ਫਲਾਨਾ ਕਿਉਂ ਨਹੀਂ ਕੀਤਾ। ਜਿਹੜਾ ਇੱਕ ਉਹ ਇੱਕ ਸਾਹਮਣੇ ਵਾਲੇ ਬੰਦੇ ਨੂੰ ਟਾਰਗੇਟ ਜਿਸ ਤਰੀਕੇ ਨਾਲ ਕਰਨ ਦਾ ਇੱਕ ਗੱਲ ਹੁੰਦੀ ਹੈ, ਉਹ ਵੀ ਕੰਟਰਡਿਕਸ਼ਨ ਪੈਦਾ ਕਰਦੀ ਹੈ। ਪਰ ਹਾਂ, ਬਿਊਰੋਕ੍ਰੇਸੀ ਵੀ ਹੇਠਾਂ ਤੋਂ ਲੈ ਕੇ ਉੱਪਰ ਤੱਕ, ਬਿਊਰੋਕ੍ਰੇਸੀ ਦਾ ਮਤਲਬ ਤਾਂ ਕਹਿੰਦੇ ਨੇ ਬਿਊਰੋਕ੍ਰੇਸੀ ਤਾਂ ਨਾ PM ਤੋਂ ਲੈ ਕੇ ਹਰ ਬੰਦਾ ਸੱਤਾਧਾਰੀ ਹੁੰਦਾ ਹੈ, ਸਰਕਾਰੀ ਚਪੜਾਸੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ। ਮਾੜੇ ਧੀੜੇ ਨੂੰ ਤਾਂ ਚਪੜਾਸੀ ਅੰਦਰ ਨਹੀਂ ਵੜਨ ਦਿੰਦਾ, ਤੇ ਜਿਹੜਾ ਦੂਜਾ ਹੁੰਦਾ ਵੱਡਾ ਉਹਨੂੰ ਸਲੂਟ ਸਲਾਟ ਮਾਰ ਕੇ ਚਲੋ ਅੰਦਰ ਵੜਨ ਦੀ ਗੱਲ ਹੁੰਦੀ ਹੈ। ਇਹ ਇੱਕ ਮਾਈਂਡ ਸੈਟ ਹੈ ਸਾਡੇ ਬਿਊਰੋਕ੍ਰੇਸੀ ਦਾ ਕਿ ਉਹਨੇ ਸਧਾਰਨ ਬੰਦਿਆਂ ਨਾਲ ਕੋਈ ਨਹੀਂ ਰਹਿਣਾ। ਇਹ ਗੱਲ ਕੱਲੀ MLA ਤੱਕ ਨਹੀਂ ਆਉਂਦੀ, ਸਰਪੰਚ ਤੋਂ ਲੈ ਕੇ ਚੁਣੇ ਹੋਏ ਨੁਮਾਇੰਦਿਆਂ ਤੱਕ। ਸਰਪੰਚ ਨੂੰ ਤਾਂ ਹੁਣ ਚੀਫ ਸੈਕਟਰੀ ਨਹੀਂ, ਉਹ ਸੈਕਟਰੀ ਸਾਹਿਬ ਕਹਿੰਦਾ ਹੈ, ਉਹ ਕਹਿੰਦਾ ਉਹ ਸਰਪੰਚ ਉਰੇ ਆ। ਤੇ ਕਈ ਵਾਰ ਬਹੁਤੇ ਥਾਵਾਂ ਤੇ ਇਹ ਹੁੰਦਾ, ਮਤਲਬ ਉਲਟਾ ਕੰਮ ਹੁੰਦਾ, ਤੇ ਸਾਹਿਬ ਪਟਵਾਰੀ ਸਾਹਿਬ ਕਹਿੰਦਾ ਸਰਪੰਚ ਉਹਨਾਂ ਨੂੰ, ਤੇ ਉਹ ਕਹਿੰਦਾ ਸਰਪੰਚ ਆਹ ਗੱਲ ਕਰਨੀ ਸੀ ਆਪਾਂ। ਇਹ ਵੋਕੈਬਲਰੀ ਹੈ ਬਹੁਤ ਥਾਵਾਂ ਦੇ ਉੱਤੇ। ਕਿਤੇ ਸਰਪੰਚ ਦਿਮਾਗ ਜੇ ਹੋਣ ਜਾਂ ਸੱਤਾਧਾਰੀਆਂ ਦੇ ਜ਼ਿਆਦਾ ਨੇੜੇ, ਉੱਥੇ ਜ਼ਰੂਰ ਸਰਪੰਚ ਸਾਹਿਬ ਦੀ ਵੋਕੈਬਲਰੀ ਚੱਲਦੀ ਹੈ। ਪਰ ਇੱਕ ਓਵਰਆਲ ਵਿਵਹਾਰ ਦੇ ਸਵਾਲ ਨੇ ਜਿਹੜੇ ਚੱਲਦੇ ਨੇ, ਉਹਦੇ ਲਈ ਕੋਈ ਮੇਰਾ ਖਿਆਲ ਹੇਠਾਂ ਵੀ ਨਹੀਂ ਲੜਦਾ ਨਾ। ਚੁਣੇ ਹੋਏ ਨੁਮਾਇੰਦਿਆਂ ਲਈ ਹੇਠਾਂ ਤੋਂ ਉੱਪਰ ਤੱਕ ਆਉਣੀ ਚਾਹੀਦੀ ਹੈ ਨਾ ਗੱਲ। ਅੱਛਾ, ਅਗਲੀ ਗੱਲ, MLA ਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਜਾਂ ਸੱਤਾਧਾਰੀ ਧਿਰ ਦੇ MLA ਨੂੰ ਮਿਲਣਾ ਚਾਹੀਦਾ? ਫਿਰ ਤਾਂ ਜਿਹੜੇ ਵਿਰੋਧੀ ਧਿਰ ਦੇ MLA ਨੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਜੇ ਚੀਫ ਮਿਨਿਸਟਰ ਵਿਧਾਨ ਸਭਾ 'ਚ ਇਹ ਕਹਿ ਦੇਣ ਕਿ ਇਹਨਾਂ ਨੂੰ ਤਾਂ ਬੁਲਾਇਆ ਹੀ ਨਾ ਕਰੋ ਮੁੜ ਕੇ, ਤਾਂ ਅਫਸਰ ਕਿਵੇਂ ਦੇਖਣਗੇ ਜੀ ਵਿਰੋਧੀ ਧਿਰ ਨੂੰ? ਉਹਨੂੰ ਕਿਵੇਂ ਮਾਨ ਸਨਮਾਨ ਦੇਣਗੇ? ਉਹ ਕਹਿੰਦੇ ਛੱਡ ਜੀ, ਉੱਪਰ ਤਾਂ ਬੌਸ ਆਪਣਾ ਹੋਰ ਤਰੀਕੇ ਨਾਲ ਵਿਵਹਾਰ ਕਰਦਾ, ਆਪਾਂ ਕੀ ਲੈਣਾ ਇਸ ਸਾਰੇ ਮਾਮਲੇ ਦੇ ਵਿੱਚ। ਉਹ ਇੱਕ ਲੈਵਲ ਦਾ ਐਟੀਟਿਊਡ ਦੇਖਦਾ ਕਿ ਨਹੀਂ, ਆਹ ਸਾਡਾ ਚੁਣਿਆ ਹੋਇਆਂ ਦਾ ਇੱਕ ਅਲੱਗ ਟਾਈਪ ਦੀ ਗੱਲ ਹੈ, ਲੋਕਾਂ ਦੇ ਪ੍ਰਤੀ ਨਹੀਂ ਤਾਂ ਉਸ ਲੈਵਲ ਦਾ ਮਾਨ ਸਨਮਾਨ। ਇੱਕ ਪ੍ਰੋਟੋਕੋਲ ਦੇ ਵਿੱਚ ਵੀ ਠੀਕ ਹੈ, ਤੁਹਾਡਾ ਚੀਫ ਸੈਕਟਰੀ ਤੋਂ ਵੱਡਾ ਅਹੁਦਾ ਹੈ, ਪ੍ਰੋਟੋਕੋਲ ਦੇ ਵਿੱਚ ਤੁਹਾਨੂੰ ਬੁਲਾਉਣਾ, ਪਾਣੀ ਤਾਂ ਨਹੀਂ ਪਿਲਾਉਣਾ, ਚਾਹ ਪਾਣੀ ਪੁੱਛਣਾ ਤੇ ਤੁਹਾਡੀ ਗੱਲ ਸੁਣਨੀ, ਇਹ ਗੱਲ ਹੈ। ਉਹ ਦਾਇਰਾ ਵੀ ਹੈ ਸਾਰੇ ਜਗ੍ਹਾ ਪਰ ਵਿਲੇਜ ਐਵੇਂ ਨਹੀਂ ਤੋੜ ਕੇ ਜਿੱਥੇ ਮਰਜ਼ੀ ਚਲੇ ਜਾਓ। ਪਰ ਜਿਹੜਾ ਪੁਲਿਸ 'ਚ, ਬਿਊਰੋਕ੍ਰੇਸੀ 'ਚ ਸੀਨੀਅਰ ਲੈਵਲ ਤੇ ਅਜੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਿਆਦਾਤਰ MLA ਨੇ, ਉਹਨਾਂ ਦਾ ਅਜੇ ਪਹੁੰਚ ਜਿਹੜੀ ਹੈ ਉਹ DCਆਂ, SSPਆਂ ਜਾਂ ਉਦੋਂ ਵੱਡੇ ਅਫਸਰਾਂ ਤੱਕ ਨਹੀਂ ਪਈ। ਉਹ ਅਜੇ ਹੇਠਾਂ ਨੇ, ਉਹ ਮਾਰਦੇ ਨੇ ਰੋਬ SDM ਤੇ ਤਹਿਸੀਲਦਾਰ ਤੱਕ ਤਾਂ ਹੋ ਗਿਆ, ਤੇ ਜਾਂ ਹੇਠਾਂ SHO ਤੱਕ ਉਹਨਾਂ ਦੇ ਮੁਤਾਬਕ ਵੀ ਚੱਲਦੇ ਨੇ ਕਾਫੀ ਹੱਦ ਤੱਕ। ਕਾਫੀ ਹੱਦ ਤੱਕ ਉਹ ਆਰਡਰ ਵੀ ਕਰਦੇ ਨੇ, ਕਾਫੀ ਹੱਦ ਤੱਕ ਗਲਤ ਠੀਕ ਸਾਰਾ ਕੁਝ ਹੋ ਜਾਂਦਾ ਹੈ, ਬੜਾ ਕੁਝ। ਅਜੇ ਇੱਕ ਤਜਰਬੇ 'ਚੋਂ ਫਿਰ ਉੱਪਰ ਤੱਕ ਜਾਂਦੀ ਹੈ ਉਹ ਗੱਲ ਜਾ ਕੇ ਵੀ ਆਪਾਂ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ, ਜੇ ਬਹੁਤ ਸਾਰੀਆਂ ਚੀਜ਼ਾਂ ਉਹ ਅਜੇ ਆਉਣੀ ਆ ਉਹ ਚੀਜ਼। ਪਰ ਇਹ ਗੱਲ 1.25 ਸਾਲ ਤੋਂ ਜ਼ਿਆਦਾ ਹੋ ਗਿਆ, ਸਭ ਕੁਝ ਸੈੱਟ ਕਰਨ ਵਾਲੀ ਸਰਕਾਰ ਨੂੰ, ਜਿੱਥੇ ਚੀਫ ਮਿਨਿਸਟਰ ਕਹਿੰਦੇ ਨੇ ਮੈਨੂੰ ਸਭ ਪਤਾ, ਪ੍ਰਸ਼ਾਸਨ 'ਚ ਮੇਰੇ ਅਫਸਰ ਆਹ ਕਰਨਗੇ, ਐ ਕਰਨਗੇ, ਉਹਨਾਂ ਨੂੰ ਘੱਟੋ ਘੱਟ ਇੱਕ ਬੈਲੈਂਸ ਜਿਹਾ ਨਹੀਂ ਬੈਠ ਰਿਹਾ। ਕਿਤੇ ਅਫਸਰ ਭਾਰੀ ਪੈ ਜਾਂਦਾ ਹੈ, ਕਿਤੇ ਤੇ MLA ਭਾਰੀ ਪੈ ਜਾਂਦਾ ਹੈ, ਫਿਰ MLA ਨੂੰ ਮਾਫੀ ਮੰਗਣੀ ਪੈਂਦੀ ਹੈ, ਕਿਤੇ ਅਫਸਰ ਨੂੰ ਮੰਗਣੀ ਪੈਂਦੀ ਹੈ, ਇਹ ਜਿਹਾ ਚੱਲ ਰਿਹਾ। ਹੁਣ ਜੇ ਚੀਫ ਸੈਕਟਰੀ ਨੂੰ ਰੂਟੀਨ 'ਚ ਚਿੱਠੀ ਜਾਂਦੀ ਹੈ ਸਪੀਕਰ ਸਾਹਿਬ ਵੱਲੋਂ ਕਿ ਤੁਸੀਂ ਦੇਖੋ ਇਹ ਪ੍ਰੋਟੋਕਾਲ ਹੈ, ਜੇ ਉੱਤੇ ਅਮਲ ਨਹੀਂ ਹੁੰਦਾ ਤਾਂ ਉਹਨਾਂ ਨੂੰ ਚੀਫ ਮਿਨਿਸਟਰ ਨੂੰ ਚਿੱਠੀ ਲਿਖਣੀ ਪੈਂਦੀ ਹੈ ਉਸੇ ਸੇਮ ਪਾਰਟੀ ਦੇ ਵੱਲੋਂ। ਇਹਦਾ ਮਤਲਬ ਜੇ ਚੀਫ ਸੈਕਟਰੀ ਸਪੀਕਰ ਦੀ ਚਿੱਠੀ ਨੂੰ ਐਡਰੈਸ ਨਹੀਂ ਕਰ ਰਿਹਾ ਤਾਂ ਇਹ ਵੀ ਪ੍ਰੋਬਲਮੈਟਿਕ ਗੱਲ ਹੈ ਇੱਕ ਤਾਂ। ਦੂਜੀ ਗੱਲ, ਜੇ ਉਹ ਇਹ ਮਹਿਸੂਸ ਕਰ ਰਿਹਾ ਕਦੇ ਵੀ ਸਪੀਕਰ ਦੀ ਚਿੱਠੀ ਆ ਗਈ ਕੋਈ ਗੱਲ ਨਹੀਂ, ਪਰ ਚੀਫ ਮਿਨਿਸਟਰ ਤਾਂ ਹੋਰ ਤਰ੍ਹਾਂ ਸੋਚ ਰਹੇ ਨੇ, ਜਾਂ ਫਿਰ ਅਫਸਰਾਂ 'ਚ ਨੀਚੇ ਇਹ ਗੱਲ ਹੈ, ਚੀਫ ਸੈਕਟਰੀ ਤੋਂ ਲੈ ਕੇ ਬਾਕੀ ਦੇ ਧਿਰਾਂ 'ਚ ਹੋਰ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ। ਤੇ ਇਹਨਾਂ ਗੱਲਾਂ ਨੂੰ ਕੌਣ ਡੀਲ ਕਰੇਗਾ? ਇਹ ਪੋਲੀਟੀਕਲ ਮੈਚੁਰਿਟੀ ਦੇ ਕੁਐਸਚਨ ਨੇ, ਤੇ ਪ੍ਰਸ਼ਾਸਨ ਤੇ ਗਵਰਨੈਂਸ ਦੇ ਵੀ ਕੁਐਸਚਨ ਦੇ ਨਾਲ ਜੁੜੇ ਹੋਏ। ਸਰਕਾਰ ਮੈਸੇਜ ਕੀ ਦੇਣਾ ਚਾਹੁੰਦੀ ਹੈ, ਕਿਵੇਂ ਦੇਣਾ ਚਾਹੁੰਦੀ ਹੈ, ਆਪਣੇ ਬੰਦਿਆਂ ਤੱਕ ਵੀ ਤੇ ਬਾਕੀ ਦੇ ਮਾਮਲਿਆਂ ਦੇ ਤੱਕ ਵੀ। ਔਰ ਇਹ ਇੱਕ ਸਟਾਈਲ ਦਾ, ਫੰਕਸ਼ਨਿੰਗ ਸਟਾਈਲ ਦਾ ਕੁਐਸਚਨ ਹੈ ਮੇਰਾ ਖਿਆਲ ਹੈ। ਕੱਲਾ ਚਿੱਠੀ ਪੱਤਰ ਆਪਣੇ ਆਪ 'ਚ ਮਾਨੇ ਰੱਖਦਾ, ਪਰ ਕੇਵਲ ਚਿੱਠੀ ਪੱਤਰਾਂ ਨਾਲ ਕੰਮ ਨਹੀਂ ਚੱਲਦਾ। ਤੁਹਾਡੇ ਪੂਰੇ ਮਿਜਾਜ ਨੂੰ ਬਦਲਣ ਦਾ ਕੁਐਸਚਨ ਹੈ। ਉਹ ਕਦੋਂ ਬਦਲੇਗਾ? 5 ਸਾਲ ਕਦ ਲੰਘ ਜਾਂਦੇ ਨੇ ਇੱਥੇ ਪਤਾ ਨਹੀਂ ਲੱਗਦਾ, ਮਤਲਬ ਇਹ ਜਾਂਦੇ ਹੀ ਲੰਘ ਜਾਂਦੇ ਨੇ। 1.5 ਸਾਲ ਹੋਣ ਨੂੰ ਹੈ, ਤੇ ਇਸ ਲਈ ਭਗਵੰਤ ਮਾਨ ਉਹਨਾਂ ਨੂੰ ਖੁਦ ਵੀ ਸੋਚਣਾ ਪਏਗਾ ਕਿ ਕਦੋਂ ਲੰਘਦੇ ਨੇ ਔਰ ਕਿਵੇਂ ਠੀਕ ਰੱਖਣਾ ਹੈ। ਹਾਂ, ਜੇ ਤਾਂ ਇੰਜ ਲੱਗਦਾ ਜਿੱਦਾਂ ਸ਼ੁਰੂਆਤ ਹੀ ਹੋਈ ਹੁੰਦੀ ਹੈ ਤੇ ਅੱਧਾ ਸਮਾਂ ਤਾਂ ਲੰਘ ਚੱਲਿਆ, ਬਾਕੀ ਤੇ ਇਲੈਕਸ਼ਨਾਂ ਨੂੰ ਵੀ ਖਾਣਾ ਵਿੱਚੋਂ। ਸਰਦਾਰ ਜਗਤਾਰ ਸਿੰਘ ਦੀ ਛੋਟੀ ਜਿਹੀ ਟਿੱਪਣੀ ਕੋਈ? ਬੇਸਿਕ ਇਸ਼ੂ ਤਾਂ ਇਹ ਹੈ ਕਿ ਜਿਹੜਾ ਸਾਡਾ ਸਿਸਟਮ ਹੈ ਇਹ ਕਲੋਨੀਅਲ ਹੈ, ਬਿਊਰੋਕ੍ਰੇਸੀ ਦਾ ਮਾਈਂਡਸੈਟ ਕਲੋਨੀਅਲ ਹੈ। ਜੋ ਅੰਗਰੇਜ਼ ਸਾਨੂੰ ਸਿਸਟਮ ਦੇ ਕੇ ਜਿਵੇਂ ਸੋਚ ਸਾਡੀ ਸ਼ੇਪ ਅਪ ਹੋਈ ਵੀ ਹੈ, ਅਸੀਂ ਉਹ ਦੇ ਵਿੱਚੋਂ ਹਜੇ ਪੂਰੀ ਤਰ੍ਹਾਂ ਬਾਹਰ ਨਿਕਲੇ ਹੀ ਨਹੀਂ। ਤੁਸੀਂ ਸੈਕਟਰੀ ਜਦੋਂ ਜਾਂਦੇ ਆ, ਆਪਾਂ ਤਾਂ ਰੋਜ਼ ਪ੍ਰੋਫੈਸ਼ਨਲੀ ਆਪਾਂ ਨੂੰ ਜਾਣਾ ਪੈਂਦਾ ਸੀਗਾ, ਉੱਥੇ ਤੁਹਾਡੇ ਸਾਹਮਣੇ ਹੁੰਦਾ ਕਿ ਜੋ ਕੁਛ ਵੀ ਹੈ
ਸਿਸਟਮ ਕਿਵੇਂ ਫੰਕਸ਼ਨ ਕਰ ਰਿਹਾ ਹੈ, ਕੀ ਇਹ ਸਿਸਟਮ ਪ੍ਰੋ ਪੀਪਲ ਹੈ ਕਿ ਨਹੀਂ ਹੈ। ਜੇ ਉਹੀ ਹਜੂਰ ਮਾਈ ਬਾਪ ਸਰ ਉਹੀ ਸਿਸਟਮ ਚੱਲਣਾ ਹੈ, ਆਮ ਬੰਦਾ ਤਾਂ ਸ਼੍ਰੀ ਕਿਤੇ ਥਾਣੇਦਾਰ ਨੂੰ ਨਹੀਂ ਮਿਲ ਸਕਦਾ। ਉੱਪਰ ਦੀ ਤਾਂ ਗੱਲ ਹੀ ਛੱਡੋ, ਜਦ ਤੱਕ ਸਿਸਟਮਿਕ ਚੇਂਜਸ ਨਹੀਂ ਹੁੰਦੀਆਂ ਉਦੋਂ ਤੱਕ ਇਹ ਸ਼ਿਕਾਇਤਾਂ ਲਗਾਤਾਰ ਆਉਂਦੀਆਂ ਰਹਿਣਗੀਆਂ। ਤੇ ਜਦ ਤੱਕ ਇਹ ਸਿਸਟਮਿਕ ਚੇਂਜ ਨਹੀਂ ਹੁੰਦਾ, ਇਹ ਮਾਈਂਡਸੈਟ ਵੀ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਇੱਕ ਵਾਰੀ ਕਲੀਅਰ ਮੈਸੇਜ, ਕਿਉਂਕਿ ਜਿਹੜੀ ਰੂਲਿੰਗ ਐਲੀਟ ਹੈ ਇਹਦਾ ਆਪਣਾ ਮਾਈਂਡਸੈਟ ਵੀ ਕਲੋਨੀਅਲ ਹੈ। ਜੇ ਤੁਸੀਂ 50 ਬੰਦੇ ਲੈ ਕੇ ਸਿਕਿਉਰਿਟੀ ਦੇ ਨਾਲ ਚੱਲਦੇ ਹੈ ਤੇ ਇਹਦਾ ਕੀ ਮਤਲਬ ਹੈ। ਜੇ ਤੁਹਾਡਾ ਆਪਣਾ ਮਾਈਂਡਸੈਟ ਪੋਲੀਟੀਕਲ ਲੀਡਰਸ਼ਿਪ ਦਾ ਕਲੋਨੀਅਲ ਹੈ, ਤੁਸੀਂ ਕਿਵੇਂ ਐਕਸਪੈਕਟ ਕਰਦੇ ਹੈ ਕਿ ਜਿਹੜੀ ਤੁਹਾਡੀ ਬਿਊਰੋਕ੍ਰੇਸੀ ਹੈ ਉਹ ਮਾਡਰਨ ਟਾਈਮ ਦੇ ਹਿਸਾਬ ਤੇ ਇਵਾਲਵ ਹੋ ਜਾਏਗੀ। ਪਹਿਲਾਂ ਟਾਪ ਲੈਵਲ ਤੋਂ ਇਹ ਕੰਮ ਸ਼ੁਰੂ ਕਰਨਾ ਪਏਗਾ, ਤਾਂ ਇਹ ਸਿਸਟਮ ਇੰਪਰੂਵ ਹੋਏਗਾ, ਨਹੀਂ ਤਾਂ ਸ਼ਿਕਾਇਤਾਂ ਆਉਂਦੀਆਂ ਰਹਿਣਗੀਆਂ ਲਗਾਤਾਰ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।